तो ਅੱਜ ਆਪਾਂ ਇੱਕ ਹੋਰ ਇਹਦੇ ਨਾਲ ਹੀ ਰਿਲੇਟਡ ਹੈ ਨੰਬਰ ਸਿਸਟਮ, ਆਕਟਲ ਨੰਬਰ ਸਿਸਟਮ, ਤੇ ਇੱਕ ਹੋਰ ਹੈ ਹੈਕਸਾਡੈਸੀਮਲ ਨੰਬਰ ਸਿਸਟਮ। ਅੱਜ ਅਸੀਂ ਉਹਨਾਂ ਦੇ ਉੱਤੇ ਇੱਕ ਲਰਨਿੰਗ ਕਰਦੇ ਹਾਂ। ਆਕਟਲ ਨੰਬਰ ਸਿਸਟਮ ਵੀ ਹੁੰਦਾ ਐਂਡ ਅਨਦਰ ਇਜ਼ ਹੈਕਸਾਡੈਸੀਮਲ ਨੰਬਰ ਸਿਸਟਮ। नंबर सिस्टम NS नंबर सिस्टम। तो ਇਹਦਾ ਮਤਲਬ ਆਪਾਂ ਜੇ ਟੋਟਲ ਗੱਲ ਕਰੀਏ ਵੈਸੇ ਤਾਂ ਨੰਬਰ ਸਿਸਟਮ ਕਿੰਨੇ ਵੀ ਹੋ ਸਕਦੇ ਨੇ, ਬਟ ਇਨ ਕੰਪਿਊਟਰਸ we deal with 4 kind of number systems. One is decimal number system, second is binary number system, एक हो गया octal number system, एक हो गया hexadecimal number system। ਹੈਕਸਾਡੈਸੀਮਲ ਨੰਬਰ ਸਿਸਟਮ ਦੇ ਵਿੱਚ ਨਹੀਂ, ਪਹਿਲਾਂ ਆਕਟਲ ਕਰਦੇ ਹਾਂ। ਆਕਟਲ ਦੇ ਵਿੱਚ 0 1 2 3 4 5 6 7, ਬਸ ਇਹ 7 ਤੱਕ ਡਿਜਿਟਸ ਨੇ, 8 ਹੈ ਨਹੀਂ ਗਾ। ਇਸ ਸਿਸਟਮ ਦੇ ਵਿੱਚ ਡਿਜਿਟਸ ਤਾਂ ਹੀ ਨੂੰ ਆਕਟਲ ਕਹਿੰਦੇ ਆ। ਆਕਟਲ ਦਾ ਮਤਲਬ 8 ਡਿਜਿਟਸ ਹੀ ਬਣ ਗਿਆ, 0 ਤੋਂ ਲੈ ਕੇ 7 ਤੱਕ। 0 ਤੋਂ ਲੈ ਕੇ 7 ਤੱਕ ਇਹਨਾਂ 8 ਡਿਜਿਟਸ ਤੋਂ ਜਿਹੜਾ ਨੰਬਰ ਸਿਸਟਮ ਬਣਦਾ ਆ, ਇਹਨੂੰ ਅਸੀਂ ਕਹਿ ਦਿੰਦੇ ਹਾਂ ਆਕਟਲ ਨੰਬਰ ਸਿਸਟਮ। ਨੰਬਰਸ formed by using 8 digits। 8 digits ਕਿਹੜੀਆਂ ਨੇ? 0 1 2 up to 7 is called octal number system। मैं ਇਹਦੀ ਹਲੇ ਇਹ ਦੱਸੀ ਨਹੀਂ ਕਿ ਇੰਪੋਰਟੈਂਸ ਕੀ ਹੈ, ਉਹ ਦੱਸਦਾ ਬਾਅਦ 'ਚ। ਪਹਿਲਾਂ ਇਹ ਸਮਝ ਲੱਗੀ ਕਿ ਇੱਦਾਂ ਦਾ ਨੰਬਰ ਸਿਸਟਮ ਵਿੱਚ ਡਿਜਿਟਸ 7 ਤੱਕ ਨੇ, ਇਹਨੂੰ ਆਪਾਂ ਆਕਟਲ ਨੰਬਰ ਸਿਸਟਮ ਕਹਿ ਦਿੰਦੇ ਹਾਂ। ਇਹਦੇ ਵਿੱਚ ਫਿਰ 8 ਲਿਖਣਾ ਹੋਊਗਾ ਤਾਂ ਐਵੇਂ 8 ਨਹੀਂ ਪੈਣਾ। 8 ਆਊਗਾ ਇਹਦਾ 1 0, ਫਿਰ 1 1, ਫਿਰ 1 2, ਇਹ 8 9 10, ਇਹ 11, ਇਹ 12, ਇੱਦਾਂ 1 7 ਤੱਕ ਚੱਲਦੇ ਆ। ਇੱਦਾਂ ਇਹ ਕੀ ਹੋਊਗਾ ਫਿਰ 7 8 9 10 11 12 13 14 15, ਇਹਦੀ ਗਿਣਤੀ ਡਿਫਰੈਂਟ ਹੈ। ਜੇ ਕੋਈ ਕਵੇ ਇੱਦਾਂ ਨਾ ਆਪਾਂ ਐਂ ਲਿਖਾਂਗੇ 17, ਨੀਚੇ 8 ਪਾ ਦਾਂਗੇ, ਇਹਦਾ ਮਤਲਬ ਕਿ ਇਹ 17 ਨਹੀਂ ਹੈ, ਇਹ 17 ਆਕਟਲ ਨੰਬਰ ਸਿਸਟਮ ਦੇ ਵਿੱਚ ਹੈ। ਇਹਦੀ ਵੈਲਿਊ ਕਿੰਨੀ ਹੈ ਸਾਨੂੰ ਇੱਥੋਂ ਪਤਾ ਲੱਗੇ ਕਿ 15 ਹੈ, 15 ਹੈ। ਜਿਵੇਂ ਇਹਦੀ ਵੈਲਿਊ 7 ਹੈ, ਇਹਦੀ 6 ਆ। ਇਹਦੇ ਵਿੱਚ ਕੀ ਹੈਗਾ, ਜੇ ਕੋਈ ਐਂ ਕਹਿ ਦੇਵੇ 3 5 9 ਜਾਂ 3 5 ਇੱਥੇ 9 ਪਾ ਦੇਵੇ ਅਤੇ ਨਾਲੇ ਲਿਖ ਦੇਵੇ ਆਕਟਲ, ਫਿਰ ਇਹ ਵੈਲਿਡ ਹੈ, ਇਹ ਗੱਲ ਸਹੀ ਆ, ਹੋ ਸਕਦੀ ਹੈ। ਜੇ ਆਕਟਲ ਨੰਬਰ ਸਿਸਟਮ ਹੈ ਤਾਂ ਇਹਦੇ ਵਿੱਚ ਡਿਜਿਟਸ ਦੀ ਗਿਣਤੀ 0 ਤੋਂ ਲੈ ਕੇ 7 ਦੇ ਵਿੱਚ ਹੋਊਗੀ, 9 ਨਹੀਂ ਹੋ ਸਕਦਾ। ਨਹੀਂ, ਜੇ ਕੋਈ ਪਰਸਨ ਇਹ ਲਿਖ ਦੇਵੇ 359 ਬ੍ਰੈਕਟ ਦੇ ਵਿੱਚ ਨੀਚੇ 8 ਪਾਤਾ, ਤਾਂ ਇਹਦਾ ਮਤਲਬ ਉਹਨੇ ਇਹ ਕਹਿਤਾ ਕਿ ਇਹ ਨੰਬਰ ਆਕਟਲ ਹੈ। ਇਹ ਗੱਲ ਤਾਂ ਗਲਤ ਕਹਿ ਰਿਹਾ, ਇੱਦਾਂ ਨਹੀਂ ਹੋ ਸਕਦਾ। ਆਕਟਲ ਨੰਬਰ ਦੇ ਵਿੱਚ ਮੈਕਸਿਮਮ ਡਿਜਿਟ ਅਪ ਟੂ 7 ਹੋ ਸਕਦੀ ਹੈ, 7 ਤੋਂ ਨੀਚੇ ਜਾਂ 7 ਤੱਕ। ਇੱਥੇ 0 ਪਾ ਦਿਓ, ਹੁਣ ਠੀਕ ਹੈ। ਇੱਥੇ 1 ਪਾ ਦਿਓ, ਹੁਣ ਵੀ ਠੀਕ ਹੈ। ਹੁਣ ਇਹਦੀ ਵੈਲਿਊ ਕਿੰਨੀ ਹੈ? ਇਹ 1350 ਨਹੀਂ ਹੈ, ਇਹਦੀ ਵੈਲਿਊ 1300 ਥੋੜ੍ਹੀ ਘੱਟ ਹੋਊਗੀ। ਕਿੰਨੀ ਹੋਊਗੀ ਪਤਾ ਨਹੀਂ ਹੈ, ਮੈਂ ਦੱਸਾਂ ਕਿਵੇਂ ਕੱਢੀ ਜਾਂਦਾ ਹੈ। ਇਹ ਨੰਬਰ ਸਿਸਟਮ ਆਕਟਲ ਹੈ, ਇਹ ਵੀ ਨੰਬਰ ਸਿਸਟਮ ਆਕਟਲ ਹੈ। ਆਕਟਲ ਨੂੰ ਡੈਸੀਮਲ 'ਚ ਕਿਵੇਂ ਕਨਵਰਟ ਕਰਨਾ ਹੈ, ਇੱਦਾਂ ਹੀ ਡੈਸੀਮਲ ਨੂੰ ਆਕਟਲ 'ਚ ਕਿਵੇਂ ਕਨਵਰਟ ਕਰਨਾ ਹੈ, ਇਹਦਾ ਵੀ ਥੋੜ੍ਹਾ ਜਿਹਾ ਕੰਪਿਊਟਰ ਨਾਲ ਸੰਬੰਧ ਆਪਾਂ ਪੜ੍ਹਾਂਗੇ। ਮੈਂ ਜੋ ਕਹਿੰਦਾ ਸਮਝ ਲੱਗ ਰਹੀ ਤੁਹਾਨੂੰ? ਇੱਕ ਨੰਬਰ ਸਿਸਟਮ ਪਹਿਲਾਂ ਪੜ੍ਹਿਆ ਸੀ, ਡੈਸੀਮਲ, ਬਾਈਨਰੀ। ਡੈਸੀਮਲ ਤਾਂ ਆਪਾਂ ਪੜ੍ਹਿਆ ਹੀ ਨਹੀਂ, ਤਾਂ ਆਪਾਂ ਆਮ ਹੀ ਪੜ੍ਹਦੇ ਹਾਂ। ਜਿਹੜਾ ਨੰਬਰ ਸਿਸਟਮ ਵੀ ਯੂਜ਼ ਕਾਮਨਲੀ, ਉਹਨੂੰ ਆਪਾਂ ਕਹਿੰਦੇ ਹਾਂ ਡੈਸੀਮਲ ਨੰਬਰ ਸਿਸਟਮ। ਅਤੇ ਜਿਹੜਾ ਹੁਣ ਮੈਂ ਨੰਬਰ ਸਿਸਟਮ ਸ਼ੁਰੂ ਕੀਤਾ, ਇਹਨੂੰ ਆਪਾਂ ਕਹਿੰਦੇ ਹਾਂ ਆਕਟਲ ਨੰਬਰ ਸਿਸਟਮ। ਆਕਟਲ ਨੂੰ ਡੈਸੀਮਲ 'ਚ ਕਨਵਰਟ ਕਰਨਾ ਹੋਵੇ ਤਾਂ, ਜਾਂ ਡੈਸੀਮਲ ਨੂੰ ਆਕਟਲ 'ਚ, ਪਹਿਲਾਂ ਆਪਾਂ ਹੀ ਸਿੱਖਦੇ ਹਾਂ ਡੈਸੀਮਲ ਟੂ ਆਕਟਲ ਕਨਵਰਜਨ। ਡੈਸੀਮਲ ਨੂੰ ਆਕਟਲ ਦੇ ਵਿੱਚ ਕਿਵੇਂ ਕਨਵਰਟ ਕਰੀਏ। ਡੈਸੀਮਲ ਨੰਬਰ ਸਪੋਜ਼ ਕਰੋ 29 ਹੈ, 29 ਨੂੰ ਆਪਾਂ ਆਕਟਲ 'ਚ ਕਿਵੇਂ ਕਨਵਰਟ ਕਰੀਏ। ਇਹਨੂੰ ਆਪਾਂ ਬੜਾ ਸਿੰਪਲ ਮੈਥਡ ਹੈ, 8 ਨਾਲ ਡਿਵਾਈਡ ਕਰੋ। ਉਹੀ ਜਿੱਦਾਂ ਆਪਾਂ ਬਾਈਨਰੀ ਨੰਬਰ ਸਿਸਟਮ ਦਾ ਕੀਤਾ ਸੀ। ਬਾਈਨਰੀ ਨੰਬਰ ਸਿਸਟਮ ਦੇ ਵਿੱਚ ਆਪਾਂ 2 ਨਾਲ ਡਿਵਾਈਡ ਕਰਦੇ ਸੀ, ਇਹਨੂੰ 8 ਨਾਲ ਕਰਦੇ।
ਜਦੋਂ 29 ਨੂੰ 8 ਨਾਲ ਡਿਵਾਈਡ ਕੀਤਾ ਆਪਾਂ ਕੀ 8 ਨਾਮ 27 8 8 8 9 8 9 ਦਾ 27 है ना 27 ना सॉरी 8 गलत हो गया मैं 8 ਤੇ 24 सॉरी मैं 8 ਨਾਲ ਕੀਤਾ 24 ਆ ਗਿਆ ਇੱਥੇ 3 ਆ ਗਿਆ ਬਾਕੀ ਬਚ ਗਿਆ 5 ਆ ਗਿਆ तो आंसर आ गया 3 बाकी बच गया 5 ਹੁਣ ਇਸ ਤੋਂ ਬਾਅਦ ਇਹਨੂੰ 8 ਨਾਲ ਆਪਾਂ ਡਿਵਾਈਡ ਨਹੀਂ ਕਰ ਸਕਦੇ 8 ਤੋਂ ਛੋਟਾ ਹੈ ਬਸ ਇੰਨਾ ਹੀ ਆ ਗਿਆ ਇਹਨੂੰ ਆਪਾਂ ਉੱਪਰੋਂ ਥੱਲੇ ਉੱਪਰੋਂ ਚੱਲ ਪਓ 3 5 ਉੱਪਰ ਤਾਂ ਹੈ ਨਹੀਂ ਕੁਝ ਵੀ ਤਾਂ ਜਿਹੜਾ 29 ਡੈਸੀਮਲ ਦੇ ਵਿੱਚ ਹੈ this is equal to 35 in octal ਇਹ 35 ਕਹਿਣਾ ਗਲਤ ਹੈ ਇਹਨੂੰ 35 ਕਹਿ ਲਓ 35 ਕਹੋਗੇ ਤਾਂ मतलब 35 ਤਾਂ ਹੈ नहीं है 29 ही है कि आप समझ गए हो अगेन एक होर एग्जांपल ले लेने हैं मान लो आप एक नंबर ले लिया 742 ये डेसिमल च है ਇਹਦਾ ਆਪਾਂ ਨੇ ऑक्टल इक्विवेलेंट करना है भी ਇਹਦਾ ऑक्टल नंबर ਕੀ ਬਣ 742 ਨੂੰ ऑक्टल ਚ ਕਨਵਰਟ ਕਰੀਏ ਤਾਂ ਕੀ ਕਰਾਂਗੇ 742 ਨੂੰ ਇੱਥੇ ਲਾ ਦੇਂਗੇ 742 ਨੂੰ 8 ਨਾਲ ਡਿਵਾਈਡ ਕਰਾਂਗੇ 8 ਨਾਲ 72 चलो आप सीधे कर दें सिंपली 8 9 72 पाई 8 दूनी 16 6 पाई यानी कि इतने बाकी 6 बचूगा ऐ कर लो 8 9 72 बाई 8 दूनी 16 बाकी बच गया 6 एम ही आ गया ना 92 आंसर आ गया 6 बाकी बच ਜਿਹੜਾ ਇਹ ਆਨਸਰ ਆਇਆ ਇਹਨੂੰ ਫੇਰ ਕਰੋ 2 ਨਾਲ ਸੌਰੀ 2 ਨਾਲ ਹੀ 8 ਨਾਲ ਬਾਈਨਰੀ ਨਹੀਂ ਹੈ ਆਫਟਰ ਨਾਮ ਨੇ 81 नहीं 9 है ना 92 ਨਾਲ ਕਰਾਂਗੇ 9 11 88 ਹੁੰਦੇ ਨੇ ਨਾ 11 ਜੋ ਹੈ ਨਾ 88 ਆ ਰਹੀ 11 8 88 ਬਾਕੀ ਕਿੰਨਾ ਬਚ ਗਿਆ 88 ਦੀ 92 4 ਬਾਕੀ ਬਚ ਗਏ ਹੁਣ 11 ਇਹਨੂੰ ਫੇਰ ਕਰ ਲਓ 8 ਨਾਲ 8 ਇੱਕ ਮੱਠ ਬਾਕੀ ਕਿੰਨਾ ਬਚ ਗਿਆ ਹੁਣ ਇਹਨੂੰ ਆਪਾਂ ਇਧਰੋਂ ਉੱਪਰ ਨੂੰ ਪੜ੍ਹ ਲਓ 1 3 4 6 ਇਹੀ ਇੱਥੇ ਲਿਖੂੰਗਾ 1 3 4 6 ਇਹਦਾ ਮਤਲਬ 1 3 4 6 this is equal to 742 in decimal तो किसी भी डेसिमल ਨੂੰ ऑक्टल ਚ ਕਨਵਰਟ ਕਰਨਾ ਹੈ ਤਾਂ it's very simple divide the number by 8 divide repeatedly divide करी जाना रिमाइंडर्स इकट्ठे कर लेने हैं 8 ਨੂੰ ऊपर की कोई डाउट है इस तरह ही ਆਪਾਂ रिवर्स करते हैं ऑक्टल ਨੂੰ डेसिमल ਦੇ ਵਿੱਚ ਕਨਵਰਟ ਕਰਨਾ ऑक्टल ਨੂੰ डेसिमल ਚ ਕਿਵੇਂ ਕਨਵਰਟ ਕਰੀਏ हाँ you can note it down let's start let's do next conversion of octal into decimal ਜਿਵੇਂ ਪਹਿਲਾਂ ਆਪਾਂ ਆ ਲਿਖਿਆ ਸੀਗਾ 1742 ਪਤਾ ਨਹੀਂ ਕੀ ਨੰਬਰ ਸੀਗਾ ਜਿੰਨਾ ਵੀ ਸੀ ਜੋ ਸਪੋਜ਼ ਇਹ ਆਕਟਲ ਦੇ ਵਿੱਚ ਹੈ ਇਹਨੂੰ ਆਪਾਂ ਡੈਸੀਮਲ ਦੇ ਵਿੱਚ ਕਨਵਰਟ ਕਰਨਾ ਚਾਹੁੰਦੇ ਹਾਂ ਹਾਊ ਵਿਲ ਵੀ ਕਨਵਰਟ ਆਕਟਲ ਟੂ ਡੈਸੀਮਲ वही रूल
ਇਹਨੂੰ 2 ਨੂੰ ਗੁਣਾ ਕਰੋ 8 ਦੀ ਪਾਵਰ 0 ਨਾਲ, 4 ਨੂੰ ਗੁਣਾ ਕਰੋ 8 ਦੀ ਪਾਵਰ 1 ਨਾਲ, ਯਾਨੀ ਇਹਦੀ ਪਲੇਸ ਵੈਲੂ 8 ਦੀ ਪਾਵਰ 0 ਹੈ, ਇਹਦੀ ਪਲੇਸ ਵੈਲੂ 8 ਦੀ ਪਾਵਰ 1 ਹੈ, ਮਲਟੀਪਲਾਈ ਬਾਈ 8 ਹੋਣੀ ਹੈ। ਪਹਿਲਾਂ 1 ਇਹਦੀ ਪਲੇਸ ਵੈਲੂ ਕਿੰਨੀ ਹੋ ਗਈ 1, ਫਿਰ ਦੀ 8 ਗੁਣਾ 8 ਹੋ ਗਈ। ਨੈਕਸਟ ਇਹਦੀ ਪਲੇਸ ਵੈਲੂ 8 ਦੀ ਪਾਵਰ 2 ਯਾਨੀ ਗੁਣਾ 8 ਕਰ ਲਈਏ 64 ਹੋ ਗਈ। ਇਹਨੂੰ 7 ਨਾਲ ਗੁਣਾ ਕਰਾਂਗੇ, ਆ 1 ਨੂੰ ਗੁਣਾ ਕਰਾਂਗੇ 8 ਦੀ ਪਾਵਰ 3 ਨਾਲ। ਇਹਦਾ ਆਨਸਰ ਕੱਢ ਲਾਂਗੇ ਕਿੰਨਾ ਆਊਗਾ। 8 ਦੀ ਪਾਵਰ 0 1 ਹੁੰਦਾ, ਕੋਈ ਵੀ ਨੰਬਰ ਰੇਜ਼ ਟੂ ਪਾਵਰ 0 ਇਜ਼ ਇਕੁਅਲ ਟੂ 1। 1 into 2 2 ਆ ਗਿਆ। 8 ਦੀ ਪਾਵਰ 1 8, 8 ਚੁੱਕਾ 32 ਆ ਗਿਆ। 8 ਦੀ ਪਾਵਰ 2 64, 64 into 7 ਕਿੰਨਾ ਹੋ ਗਿਆ, ਉਹ ਆਪਾਂ ਗੁਣਾ ਕਰ ਲੈਂਦੇ ਹਾਂ। 448। ਇਹਦੇ ਅੱਗੇ ਕਿੰਨਾ ਆ ਜਾਊਗਾ, 8 ਦੀ ਪਾਵਰ 3 ਕਿੰਨਾ ਆ ਜਾਊਗਾ, ਨਹੀਂ ਨਹੀਂ 8 ਦੀ ਪਾਵਰ 3 8 ਦੀ ਥੋੜੀ ਆ, 8 ਗੁਣਾ 8 ਗੁਣਾ 8 ਇਦਾਂ ਹੁੰਦਾ ਨਾ। 8 8 64, 64 into 8 512। 512। ਹੁਣ ਇਹਨਾਂ ਦਾ ਟੋਟਲ ਕਰ ਲਿਆਂਗੇ। 2 2 2 4 8 12 13 14 1 ਲਓ ਜੀ 994 ਆ ਗਿਆ। ਤਾਂ ਇਸ ਦਾ ਮਤਲਬ ਇਹ ਹੈ ਵੀ 994 ਡੈਸੀਮਲ ਦੇ ਵਿੱਚ ਜੇ ਆਪਾਂ ਲਿਖਦੇ ਹਾਂ ਇਹੀ ਨੰਬਰ ਆਕਟਲ ਦੇ ਵਿੱਚ 17421 ਬਣ ਜਾਂਦਾ। ਇਟ ਇਜ਼ ਈਜ਼ੀ, ਉਹੀ ਮੈਥਡ ਹੈ, ਜਿੱਥੇ 2 ਸੀ ਉੱਥੇ 8 ਲਗਾਉਣਾ, ਬਾਕੀ ਸੇਮ ਹੈ। ਇਹਦੀ ਪਲੇਸ ਵੈਲਿਊ 1 ਹੈ, ਇਹਦੀ 8 ਹੈ, ਇਹਦੀ 64 ਹੈ, ਇਹਦੀ 8 ਦੀ ਪਾਵਰ 3। 64 ਗੁਣਾ 8 8 8 ਨਾਲ ਮਲਟੀਪਲਾਈ ਹੋ ਜਾਣੀ ਹੈ ਪਲੇਸ ਵੈਲਿਊ 512। ਇਸ ਤਰ੍ਹਾਂ ਹੀ ਇੱਕ ਨੰਬਰ ਸਿਸਟਮ ਹੋਰ ਆਕਟਲ ਨੰਬਰ ਸਿਸਟਮ, ਉਹਦੇ ਵੀ ਆਪਾਂ ਕਨਵਰਜਨ ਸਿੱਖ ਲੈਂਦੇ ਹਾਂ। ਆਕਟਲ ਨੰਬਰ ਸਿਸਟਮ ਕੀ ਹੁੰਦਾ ਉਹਦੇ ਬਾਰੇ ਵੀ ਆਪਾਂ ਇੱਕ ਡਿਸਕਸ਼ਨ ਕਰ ਲੈਂਦੇ ਹਾਂ। Should we continue? ਆਕਟਲ ਨੰਬਰ ਸਿਸਟਮ ਦੇ ਵਿੱਚ ਨਾਮ ਦਾ ਮਤਲਬ ਹੈ ਆਕਟ ਦਾ ਮਤਲਬ ਹੈ ਸਾਰੀ ਕਿੱਥੇ ਚਲਾ ਗਿਆ, ਹੈਕਸਾਡੈਸੀਮਲ। ਆਕਟਲ ਦਾ ਆਪਾਂ ਕਰ ਲਿਆ ਨਾ, ਹੈਕਸਾਡੈਸੀਮਲ ਨੰਬਰ ਸਿਸਟਮ ਦੀ ਗੱਲ ਕਰਦੇ ਹਾਂ। ਹੈਕਸਾਡੈਸੀਮਲ ਨੰਬਰ ਸਿਸਟਮ ਦੇ ਵਿੱਚ ਨੰਬਰਸ ਫਾਰਮਡ ਬਾਈ ਯੂਜ਼ਿੰਗ 16 ਡਿਜਿਟਸ। 16 ਡਿਜਿਟਸ ਕਿਹੜੀਆਂ ਨੇ, 0 ਤੋਂ ਲੈ ਕੇ 9 ਤੱਕ ਤਾਂ 10 ਹੋ ਗਈਆਂ। ਉਸ ਤੋਂ ਬਾਅਦ ਫਿਰ A B C D E F ਤੱਕ, यानी डिजिट्स बनानियाँ आपने आप भी 8 9 0 ना 8 9 तो बाद A B C D E F गिनती है मान ली भी डिजिट्स 1 तो 0 तो लेके 15 तक ने। ये F का मतलब 15, E का मतलब 14, D का मतलब 13, E का मतलब 12, B का मतलब 11, A का मतलब 10 आ 9 उवें है जगह। इन्हां डिजिट्स ਨੂੰ यूज़ करके जो नंबर सिस्टम जे ਆਪਾਂ नंबर लिखांगे ये भी गिनती जिन्नी मर्जी लिख लो, इस तरह की गिनती ਨੂੰ ਅਸੀਂ ਕਹਾਂਗੇ ਹੈਕਸਾਡੈਸੀਮਲ ਨੰਬਰ ਸਿਸਟਮ। ਇਸ ਗਿਣਤੀ ਦੇ ਵਿੱਚ ਜੇ F ਤੱਕ ਗਿਣਤੀ ਹੋਗੀ ਇੱਥੇ ਆਊਗਾ ਫਿਰ 1 0 ਫਿਰ 1 1 1 2 1 3 1 4 1 5 1 6 1 7 1 8 1 9 and so on up to 1F, up to 1F। तो ਇਹ 31 है, इस तो उपर 30 ऐदा चलते हैं। जे 15 फिर 16 17 18 19 20 21 22 23 24 25 इदा ये 31 है। ऐसे फिर 2 0 2 1 2 2 2 3 अप टू 2F, फिर 4 0 4 1 अप टू 4F। ये गिनती भी जिन्नी मर्जी लिखी जा सकते हैं। इस तरह की गिनती को असीं कहते हैं हेक्साडेसिमल नंबर सिस्टम। तो जो कोई नंबर इदा का लिखा हो, मान लो मैं लिखता 8F
8F का मतलब है भी इत्थों आ पहली रो है, दूजी तीजी चौथी पंजवीं छेवीं सत्तवीं अठवीं 80 81 82 83 8F तक। ਹੁਣ ਇਹ 8F ਦੀ ਵੈਲਿਊ ਕਿੰਨੀ ਹੋਊਗੀ ਜੇ ਆਪਾਂ ਇਹ 8F ਲਿਖਤਾ, ਨੀਚੇ ਲਿਖ ਦਾਂਗੇ 16, ਇੰਡੀਕੇਟ ਕੀਤਾ, ਦੱਸਿਆ ਵੀ ਇਹ ਹੈਕਸਾਡੈਸੀਮਲ ਨੰਬਰ ਸਿਸਟਮ ਦੇ ਵਿੱਚ ਮੈਂ 8F ਲਿਖਿਆ ਹੈ। तो 8F ਦੀ ਵੈਲਿਊ ਡੈਸੀਮਲ ਦੇ ਵਿੱਚ ਕਿੰਨੀ ਹੈ ਇਹ ਕਨਵਰਟ ਕਰਨੀ ਹੋਵੇ, ਜਾਂ ਮੰਨ ਲਓ ਮੈਂ ਕੋਈ ਨੰਬਰ ਲਿਖਤਾ, ਸਪੋਜ਼ ਕਰੋ 1630, ਇਹ ਡੈਸੀਮਲ 'ਚ ਲਿਖਤਾ, ਇਹਦੀ ਆਕਟਲ ਦੇ ਵਿੱਚ ਵੈਲਿਊ ਪਤਾ ਕਰਨੀ ਹੋਵੇ ਤਾਂ हाँ ਹੈਕਸਾਡੈਸੀਮਲ, ਮੈਨੂੰ ਆਕਟਲ ਹੀ ਵਾਰ-ਵਾਰ ਮੂੰਹ 'ਚ ਆਈ ਜਾਂਦਾ, ਹੈਕਸਾਡੈਸੀਮਲ ਕਹਿਣਾ ਸੀ। ਡੈਸੀਮਲ ਨੂੰ ਹੈਕਸਾ 'ਚ ਕਨਵਰਟ, ਡੈਸੀਮਲ ਨੂੰ ਹੈਕਸਾਡੈਸੀਮਲ 'ਚ ਕਨਵਰਟ ਕਰਨਾ ਜਾਂ ਹੈਕਸਾ ਨੂੰ ਡੈਸੀਮਲ 'ਚ ਕਨਵਰਟ ਕਰਨਾ, ਇਹ ਆਪਾਂ ਉਹੀ ਵੇ ਹੈ 16 ਵਾਲੀ। ਮੈਂ ਅਗੇਨ ਕਰਕੇ ਦਿਖਾਉਣਾ, 1630 ਨੂੰ ਮੈਂ ਪੜ੍ਹ ਲੈਂਦਾ। ਪਹਿਲਾਂ ਆਪਾਂ ਕਰਦੇ ਹਾਂ ਡੈਸੀਮਲ ਟੂ ਹੈਕਸਾਡੈਸੀਮਲ। ਕਨਵਰਜ਼ਨ, ਜਿਵੇਂ ਡੈਸੀਮਲ ਨੰਬਰ 1630 ਪੜ੍ਹ ਲਿਆ, ਇਹਨੂੰ ਆਪਾਂ ਹੈਕਸਾਡੈਸੀਮਲ 'ਚ ਕਨਵਰਟ ਕਰਨਾ ਹੈ ਤਾਂ 16 ਦੇ ਨਾਲ ਡਿਵਾਈਡ ਕਰਨਾ। मैं इतने डिवाइड एवं करदा नॉर्मली जिमें बच्चे करते हैं, 16 एक 16 3 उत्तों सारा ना जाते थी 0, फिर एक 0 कर ली 101, 16 एक 16, बाकी कितना बच गया 14, इवें हो गया ना। 14 का मतलब है आ 15 है तो ये 14 है, ई ਇਹਦਾ मतलब है ई है, ਇਹਨੂੰ ਆਪਾਂ ई मान ਲਈਏ। अच्छा ਹੁਣ ਇਹਦਾ ਆਪਾਂ ਕੀ ਵੀ ਰਿਜ਼ਲਟ ਆ ਗਿਆ 101, ਬਾਕੀ ਬਚ ਗਿਆ E, ਬਾਕੀ ਬਚ ਗਿਆ 14, 14 ਮੀਨਸ E। ਇਹ ਤੋਂ ਬਾਅਦ ਫਿਰ ਇਹਨੂੰ ਅੱਗੇ ਫਿਰ 16 ਕਰੀਏ, ਹੁਣ ਕਿੰਨਾ ਆ ਜਾਊਗਾ 16 96 ਹੁੰਦੇ ਨੇ, 6 ਆ ਜਾਊਗਾ। 101 ਨੂੰ ਆਪਾਂ ਡਿਵਾਈਡ ਕੀਤਾ 16 ਨਾਲ, 16 96, ਬਾਕੀ ਬਚ ਗਿਆ 5, ਬਾਕੀ ਬਚ ਗਿਆ 5। बस हम 6 अगू तो डिवाइड नहीं होना है, दैट इज टू कंप्लीट। हम आप थले उपर ਨੂੰ ਚੱਲ ਗਏ, ये बन गया 65E, ਇਹਦਾ मतलब कि ये नंबर है 65E। तो ये जो 65E अंडर 16 या अंडर हेक्साडेसिमल जो मैं लिखा, दिस इज इक्वल टू 1630। तो एक नंबर ਨੂੰ ਲਿਖਣ ਦਾ ਡੈਸੀਮਲ 'ਚ ਤਰੀਕਾ ਇਹ ਹੈ, ਤਾਂ ਉਹੀ ਨੰਬਰ ਨੂੰ ਜੇ ਆਪਾਂ ਹੈਕਸਾਡੈਸੀਮਲ ਲਿਖਣਾ ਹੋਵੇ ਤਾਂ ਤਰੀਕਾ ਇਹ ਹੈ। ਕਿਸੇ ਵੀ ਨੰਬਰ ਨੂੰ ਇੱਕ ਸਿਸਟਮ ਤੋਂ ਦੂਜੇ ਸਿਸਟਮ 'ਚ ਕਨਵਰਟ ਕੀਤਾ ਜਾ ਸਕਦਾ ਹੈ। ਅਗੇਨ ਆਪਾਂ ਆ F8F ਲਿਖ ਲਿਆ, ਇਹ 8F ਦੀ ਵੈਲਿਊ ਆਪਾਂ ਕੱਢਣੀ ਹੋਵੇ ਕਿੰਨੀ ਆ, ਡੈਸੀਮਲ ਦੇ ਵਿੱਚ ਕਨਵਰਟ ਕਰਨਾ ਹੋਵੇ, ਇਸ ਤੋਂ ਆਪੋਜ਼ਿਟ ਟੂ ਕੀ ਗੱਲ, ਡੈਸੀਮਲ ਹੈਕਸਾਡੈਸੀਮਲ ਟੂ ਡੈਸੀਮਲ। ਹੁਣ ਆਪਾਂ ਇੱਥੇ ਉਵੇਂ मैं इनू इरेज करना, हेक्साडेसिमल नंबर मैं मान लेना मेरे को है 8F, वही गल F का मतलब है 14, मैं F का मतलब है 15, 15 गुणा करा 16 की पावर 0 ना, मतलब एक नाल ये इकाई है, हाँ दहाई होगी, दहाई का मतलब 16 की पावर 2, 16 की पावर 1, 16 की पावर 1, ਇਹਨੂੰ ਗੁਣਾ ਕਰਾਂਗੇ 8 ਨਾਲ, ਇਹਦਾ ਰਿਜ਼ਲਟ 15 ਹੀ ਆ ਗਿਆ। ਇਹਦਾ ਰਿਜ਼ਲਟ 16 × 8 128 ਆ ਗਿਆ, 28 ਤੇ 15 143 ਆ ਗਿਆ। ਤਾਂ ਇਹਦਾ ਮਤਲਬ ਕਿ ਇਹ ਜਿਹੜੀ ਵੈਲਿਊ ਹੈ ਇਹ ਡੈਸੀਮਲ ਦੇ ਵਿੱਚ 143 ਹੈ। और उस तो बाद ਹੁਣ ਇਸ ਤੱਕ ਤਾਂ ਨਾ ਇੱਕੋ ਹੀ ਤਰੀਕਾ ਚੱਲੀ ਜਾ ਰਿਹਾ। ਜੇ ਆਪਾਂ ਬਾਈਨਰੀ ਨੂੰ ਕਨਵਰਟ ਕੀਤਾ ਆ ਤਾਂ ਉੱਥੇ 2 ਯੂਜ਼ ਕੀਤਾ, ਹੈਕਸਾਡੈਸੀਮਲ ਨਾਲ 16, ਆਕਟਲ ਨਾਲ 8, ਕਨਵਰਜਨ ਦਾ ਤਰੀਕਾ ਸੇਮ ਹੈ।
ਉਹੀ ਰਿਪੀਟ ਹੋਇਆ 3 ਵਾਰੀ। ਆਪਾਂ ਕਰਨਾ ਆ ਹੈਕਸਾਡੈਸੀਮਲ ਨੂੰ ਤੇ ਆਕਟਲ ਨੰਬਰ ਨੂੰ ਬਾਈਨਰੀ ਦੇ ਵਿੱਚ ਕਨਵਰਟ ਕਰ ਸਿੱਧਾ ਬਾਈਨਰੀ 'ਚ। ਮੈਂ ਹੁਣ ਟੌਪਿਕ ਲੈਣ ਲੱਗਿਆ ਕਨਵਰਜ਼ਨ ਕੀ ਹੈ ਹਲੇ ਵੀ ਆਕਟਲ ਟੂ ਬਾਈਨਰੀ। ਪਹਿਲਾਂ ਆ ਹੀ ਲੈਂਦੇ ਆ ਆਕਟਲ ਟੂ ਬਾਈਨਰੀ, ਹੈਕਸਾਡੈਸੀਮਲ ਟੂ ਬਾਈਨਰੀ ਉਸ ਤੋਂ ਬਾਅਦ ਲੈਂਦੇ। अगर आप किसी ऑक्टल नंबर में बाइनरी कन्वर्ट करना हो, मैं इतने पहला ऑक्टल की गिनती लिखती 0 1 2 3 4 5 6 7। ये सामने मैं बाइनरी की गिनती लिख दूँ बाइनरी 0 1 2 3 4 5 6 7 ऐसे ही हो गया ना, लाइक दिस। मैं इक्विवेलेंट ऑक्टल ते बाइनरी दोनों काउंटिंग इकट्ठियां सामने लिख दी। हुण जिहड़ी बाइनरी की गिनती है ना, ये मुरे कली 0 मुरे 2 जीरो ला देंगे, ये मुरे 1 जीरो ला दो, ये मुरे 1 जीरो, ये मुरे 0, यानी कि बाइनरी की गिनती में 3 डिजिट्स बना लो। जे अगर 1 डिजिट है मुरे 2 जीरो लगा लांगे, अगर आप किसी नंबर के लैफ्ट साइड पर जीरो लगा दें वो वैल्यू में कोई फर्क नहीं पैंदा है, वैल्यू उन्नी रहिंदी है ना। आप लिखता 0 0 0, ये 0 होगी, 0 0 1 1 हो गया, 0 1 2 2 0 1 0 2 हो गया, 3 2। हुण जे मैं 8 लिखदा ना, इत्थे मैं 8 ऐ लिखूंगा ना 1 0, ऑक्टल दे विच 7 तक तो गिनती होगी, तो 8 किवें आऊगा 1 0। इत्थे 1 0 किवें बनूगा, 0 का तो 0 बन गया, 1 का आ बन गया। मैं इत्थे समझाउण दी गल कर रहे हैं, जिमें मैं होर वड्डा नंबर लेता, सपोज ऑक्टल दे विच 35 लिखा आया, इन्हों आप बाइनरी च कन्वर्ट करना है। 5 का 101 है, पहला 5 का लिख दो 101। 3 का कितना है 011, आ 3 आ 5 दोनों लिखते जी अपन इनू इकट्ठा कर दो 0 1 1 1 0 1, दिस इज इक्वल टू 35। मतलब ये कैलकुलेशन नहीं करनी पैंती हैगी, सिंपली डिजिट बाय डिजिट उन्होंने इकट्ठा करना है, कनकैटिनेशन नहीं करनी है। अगेन मैं एक होर एग्जांपल लेना, सपोज करो मैं लिखता 7 8 9, ये ऑक्टल च लिखता, पहली गलत है, एज 8 का तो यूज़ हो गया, 9 का तो यूज़ हो गया। जे मैं ये लिखा कि ऑक्टल नंबर है तो इट शुड बी बिटवीन 0 to 7, कोई भी डिजिट 7 तक होनी चाहिए। ये मैं लिखे ही गलत है, ये हो ही नहीं सकता, इनू करैक्ट कर देंगे 2 3। हुण इहदा आपां ऑक्टल तो डेस बाइनरी कन्वर्ट करना हो, 7 का आ जाऊगा 1 1 1, 2 का आ जाऊगा 0 1 0, 3 का आ जाऊगा 0 1 1। तो इन्हें इकट्ठा कर लो बस, विच पॉइंट या डॉट पाने की लोड़ नहीं है। 1 1 1 0 1 0 फिर 0 1 1, ये जो नंबर है ये किहदे बराबर है 7 2 3 ऑक्टल का, यह बाइनरी बन गया। ऑक्टल को बाइनरी कन्वर्ट करना वेरी सिंपल हो गया। इस तरह ही अपोजिट कोई अपने को बाइनरी नंबर लिखा होया, ये बाइनरी है ना, इनू आपां ऑक्टल दे विच कन्वर्ट करना है। तां की करना है, तुसी लैफ्ट साइड तो शुरू कर लेना है। आ 3 अंकां नूं आपां एक ग्रुप बना लिया, अगले 3 का एक ग्रुप बना लिया, अगले 3 का एक ग्रुप बना लिया, अगले 2 रह गए, पिछे 0 ला के 3 बना लो, ये भी ग्रुप बना लो। हुण आ वैल्यू कितनी है 0 1 1 हो गया, आ जो 0 1 1 है 0 1 1 मतलब 3 हो गया, आ 1 0 1 ये 5 हो गया, तो आ 1 0 8 2 हो गया। ग्रुप कर लेने हैं 3 3 दे 3 डिजिट्स का एक ग्रुप,
ਇਹਨੂੰ ਆਪਾਂ ਨੇ ਗਰੁੱਪ ਦੇ ਵਿੱਚ ਆ ਜਿਹੜਾ ਬਾਈਨਰੀ ਨੰਬਰ ਹੈ ਇਹਦੀ ਆਪਾਂ ਆਕਟਲ ਦੇ ਵਿੱਚ ਕਨਵਰਜਨ ਕਰ ਦੇਣੀ ਹੈ। 1 ਇਹ 3 ਇਹ 5 ਇਹ 2। ਅਗੇਨ ਇੱਕ ਹੋਰ ਐਗਜ਼ਾਮਪਲ ਲੈ ਲੈਂਦੇ ਆ। ਪਤਾ ਨਹੀਂ ਕੀ ਹੈ, ਮੈਂ ਲਿਖਦਾ ਇਹਦੇ ਵਿੱਚ ਵੀ ਇਦਾਂ ਕਰਾਂਗੇ। ਆ ਤਿੰਨਾਂ ਨੂੰ ਇੱਕ ਗਰੁੱਪ ਕਰ ਲਾਂਗੇ, ਅਗਲੇ ਤਿੰਨਾਂ ਦਾ ਇੱਕ ਗਰੁੱਪ, ਅਗਲੇ ਤਿੰਨਾਂ ਦਾ ਇੱਕ ਗਰੁੱਪ, ਤੇ ਇੱਥੇ 2 ਰਹਿ ਗਏ ਤਾਂ ਪਿੱਛੇ 0 ਲੱਗੇ, ਇਹਨਾਂ ਵੀ ਤਿੰਨ ਦਾ ਗਰੁੱਪ ਬਣਾ ਲਓ। ਇਹ ਹੈਗਾ 3, ਇਹ ਹੈਗਾ 5, ਇਹ ਹੈਗੀ 0, ਇਹ ਹੈਗੀ 2। ਤਾਂ ਆਕਟਲ ਦੇ ਵਿੱਚ ਕਨਵਰਜਨ ਬਿਕਮਸ ਵੈਰੀ ਈਜ਼ੀ ਫਰੋਮ ਬਾਈਨਰੀ। ਐਂਡ ਇੱਦਾਂ ਹੀ ਆਕਟਲ ਨੂੰ ਬਾਈਨਰੀ 'ਚ, ਬਾਈਨਰੀ ਨੂੰ ਆਕਟਲ 'ਚ ਕਨਵਰਟ ਕਰਨਾ ਮੂੰਹ ਜ਼ਬਾਨੀ ਦਾ ਕੰਮ ਹੈ, ਬਿਨਾਂ ਕੋਈ ਕੈਲਕੂਲੇਸ਼ਨ ਦੇ ਹੋ ਜਾਂਦਾ ਹੈ। ਇਸ ਤੋਂ ਅੱਗੇ ਚੱਲਾਂ। ਬਾਈਨਰੀ ਨੂੰ ਆਪਾਂ ਹੈਕਸਾਡੈਸੀਮਲ 'ਚ ਤੇ ਹੈਕਸਾਡੈਸੀਮਲ ਨੂੰ ਬਾਈਨਰੀ 'ਚ ਕਨਵਰਟ ਕਰਨਾ ਵੀ ਇੱਦਾਂ ਦਾ ਹੀ ਤਰੀਕਾ ਆ, ਸੌਖਾ ਜਿਹਾ ਤਰੀਕਾ ਆ। ਲੈਟਸ ਡੂ ਦੈਟ। ਹੁਣ ਜਿਹੜਾ ਹੈਕਸਾਡੈਸੀਮਲ ਨੰਬਰ ਸਿਸਟਮ ਹੈ ਉਹਦੀ ਆਪਾਂ ਅਗਰ ਬਣਾਉਂਦੇ ਆ 8 9 10, 10 ਇਹ ਹੋ ਗਿਆ, 11 12 D E F, 15 ਤੱਕ ਗਿਣਤੀ ਬਣਾ ਲਈ। ਇਸ ਗਿਣਤੀ ਦਾ ਆਪਾਂ ਨੇ ਸਾਹਮਣੇ ਉਹ ਲਿਖ ਲਈਏ। 8 ਦੀ ਵੈਲਿਊ ਇਹ ਹੈ, 9 ਦੀ ਵੈਲਿਊ ਇਹ ਹੈ, 10 ਦੀ ਵੈਲਿਊ ਇਹ ਹੈ, 11 ਦੀ ਇਹ ਹੈ, ਇਹਦੀ ਆਹ ਹੈ, ਇਹਦੀ ਆਹ ਹੈ, ਇਹਦੀ ਇੱਦਾਂ ਹੈ ਤੇ ਇਹਦੀ ਇੱਦਾਂ ਹੈ। ਜਿਹੜਾ ਆਕਟਲ ਨੰਬਰ ਹੈ ਨਾ ਇਹਦੇ ਵਿੱਚ ਡਿਜਿਟਸ 15 ਤੱਕ ਨੇ। 15 ਨੰਬਰ ਕੀ ਹੈ? 15 ਇੱਕ ਸਪੈਸ਼ਲ ਵੈਲਿਊ ਹੈ। 15 ਇਜ਼ greatest number of 4 digits in binary। ਬਾਈਨਰੀ ਦੇ ਵਿੱਚ 4 ਅੰਕਾਂ ਦਾ ਸਭ ਤੋਂ ਵੱਡਾ ਨੰਬਰ 15 ਹੈ। 4 ਅੰਕਾਂ ਦਾ ਸਭ ਤੋਂ ਵੱਡਾ ਨੰਬਰ 15 ਹੈ। ਇਸ ਤੋਂ ਬਾਅਦ ਜੇ 5 ਅੰਕ ਬਣਨਗੇ, ਮਤਲਬ ਜੇ 16 ਲਿਖਣਾ ਹੋਊਗਾ ਤਾਂ 4 ਅੰਕਾਂ 'ਚ ਨਹੀਂ ਹੋਣਾ ਹੈਗਾ। 16 ਲਿਖਣ ਵਾਸਤੇ ਸਾਨੂੰ 5 ਜਾਂ 16 ਤੋਂ ਵੱਡਾ ਨੰਬਰ ਲਿਖਣ ਵਾਸਤੇ 5 ਤੋਂ ਵੱਡੇ ਅੰਕ ਦੀ, ਵੱਧ ਅੰਕਾਂ ਦੀ ਜ਼ਰੂਰਤ ਪੈ ਸਕਦੀ ਹੈ। तो 4 अंकों का ग्रेटेस्ट नंबर इन बाइनरी इज 15। ऐसे 7 भी स्पेशल है। 7 की है? 7 इज ग्रेटेस्ट नंबर ऑफ 3 डिजिट्स इन ऑक्टल इन बाइनरी। तो जी ऑक्टल है उसकी सब तो वड्डी वैल्यू 7 है डिजिट्स के हिसाब नाल। 7 तक आप डिजिट्स बना सकते हैं, उस तो की गिनती बनानी पड़ेगी। ऐसे ही ਹੈਕਸਾਡੈਸੀਮਲ ਦੇ ਵਿੱਚ ਵੱਡਾ ਤੋਂ ਵੱਡਾ ਜਿਹੜਾ ਡਿਜਿਟ ਆ ਉਹ 15 ਹੈ। ਤਾਂ ਉਹ 15 ਨੂੰ ਰਿਪਰੈਜ਼ੈਂਟ ਕਰਨ ਵਾਸਤੇ ਬਾਈਨਰੀ ਵਿੱਚ 4 ਅੰਕਾਂ ਦਾ ਨੰਬਰ ਚਾਹੀਦਾ ਹੈ। ਜਿਵੇਂ ਆਪਾਂ ਆਕਟਲ ਦੇ ਵਿੱਚ 3-3 ਅੰਕਾਂ ਦੀ ਗਰੁੱਪਿੰਗ ਕੀਤੀ ਸੀਗੀ, ਇੱਥੇ 4-4 ਦੀ ਗਰੁੱਪਿੰਗ ਕਰਨੀ ਹੈ। ਜਾਨੀ ਜਿਹੜਾ ਨੰਬਰ 2 ਅੰਕਾਂ ਦਾ ਆਇਆ ਉਹਦੇ ਮੂਹਰੇ 2 ਜ਼ੀਰੋ ਲਗਾ ਕੇ 4 ਅੰਕ ਪੂਰੇ ਕਰ ਲਏ। ਜਿਹੜਾ 1 अंक का मूहरे 3 जीरो लगाती जो है ही 0 वो 4 ही जीरो पर। जो 2 अंकों का नंबर है तो मूहरे 2 जीरो, 3 अंकों का नंबर है मूहरे 1 जीरो, जो 4 अंकों का तो फिर जीरो पाने की लोड़ नहीं है। यानी नंबर को सिमेट्रिकली आप 4 अंकों के बदल लिया, अगे जीरो लगाती जो नंबर छोटा है। हुण अगर आप हैक्साडेसिमल बन गया, हैक्साडेसिमल अगर आप कन्वर्जन सीखनी है हुण जिहदी मर्जी, चलो हैक्साडेसिमल इनटू बाइनरी। हैक्साडेसिमल नूं आपां बाइनरी च कन्वर्ट करना है। मान लो मैं एग्जांपल ले लेना 8F12, एक कोई नंबर लिखता या 8E12 एनी नंबर।
ਇੱਦਾਂ ਦਾ ਨੰਬਰ, ਇਹ ਨੰਬਰ ਮੈਂ ਬਣਾਤਾ ਹੈਕਸਾ 'ਚ, ਇਹਨੂੰ ਆਪਾਂ ਕਨਵਰਟ ਕਰਨਾ ਆ ਬਾਈਨਰੀ ਦੇ ਵਿੱਚ। ਕਿਵੇਂ ਕਰਾਂਗੇ? ਡਿਜਿਟ ਬਾਈ ਡਿਜਿਟ, ਪਹਿਲਾਂ 2 ਚੱਕ ਲਿਆ, 2 ਨੂੰ ਆਪਾਂ ਲਿਖਾਂਗੇ ਆਹ ਵੈਲਿਊ ਨਾ 2 0 0 1 0, ਫਿਰ ਇਹ 1 ਚੱਕ ਲਿਆ, 1 ਹੈਗਾ 1 0 0 0, ਮਤਲਬ ਇਹਨੂੰ ਮੈਂ ਅਲੱਗ ਮੰਨ ਲਵਾਂ, ਇਹ ਇੱਕ ਗਰੁੱਪ ਹੈ, ਇੱਕ ਗਰੁੱਪ ਹੋ ਗਿਆ। ਇਸ ਤੋਂ ਬਾਅਦ ਈ ਦਾ ਮਤਲਬ ਹੈ 14, ਉਹਦੀ ਵੈਲਿਊ ਹੈਗੀ ਆ 1 1 1 0, ਆ ਈ ਦੀ ਵੈਲਿਊ 1 1 1 0 ਹੈ। ਇਸ ਤੋਂ ਬਾਅਦ 8 ਨੂੰ 4 ਅੰਕਾਂ 'ਚ ਲਿਖਾਂਗੇ 1 0 0, ਨਹੀਂ 1 ਇੱਦਾਂ 0, 8 ਹੈ 1 3 0, तो ये हैगा 8, ये हैगा ई, ये हैगा 1, ये हैगा 2, तो सीधी गल 8 ਨੂੰ ਫਿਰ ई ਨੂੰ ਫਿਰ 1 ਨੂੰ ਫਿਰ 2 ਨੂੰ ਇਹਨਾਂ ਦੇ ਬਾਈਨਰੀ ਨੰਬਰ ਆਪਸ ਦੇ ਵਿੱਚ ਕਨਕੈਟੀਨੇਟ ਕਰਤੇ, ਕਨਕੈਟੀਨੇਟ ਕਰਨ ਨਾਲ ਹੈਕਸਾ ਬਾਈਨਰੀ ਦੇ ਵਿੱਚ ਕਨਵਰਟ ਹੋ ਗਿਆ। ਇਸ ਤਰ੍ਹਾਂ ਹੀ ਇਸ ਤੋਂ ਆਪੋਜ਼ਿਟ, ਜੇ ਇਹ ਨੰਬਰ ਨੂੰ ਬਾਈਨਰੀ ਕਨਵਰਟ ਕਰਨਾ ਹੋਵੇ ਤਾਂ 2 ਨੂੰ ਆਪਾਂ ਲਿਖਾਂਗੇ 0 0 1 0, 1 ਨੂੰ 0 0 0 1, 1 1 1 0, ਆ ਇਕੱਠਾ ਕਰਦੇ ਆ, ਮਤਲਬ ਉਹੀ ਸੇਮ ਹੋ ਗਿਆ। ਜਿਵੇਂ 2 ਲਿਖਿਆ ਨਾ, 2 ਦਾ ਬਾਈਨਰੀ ਹੈਗਾ ਆ 0 0 1 0, ਉਹ ਮੈਂ ਲਿਖਤਾ, ਅੱਗੇ 1 ਹੈ, 1 ਦਾ ਬਾਈਨਰੀ ਹੈ 0 0 1, ਆਜੋ ਆਜੋ ਜੀ ਜੀ। ਹੁਣ ਆਪਾਂ ਗੱਲ ਕਰਦੇ ਹਾਂ ਹੁਣ ਹੈਕਸਾਡੈਸੀਮਲ ਦੀ ਤੇ ਆਕਟਲ ਦੀ ਕੰਪਿਊਟਰ ਦੇ ਵਿੱਚ ਕੀ ਯੂਸੇਜ ਹੈ, ਕੀ ਬੈਨੀਫਿਟ ਹੈ, ਆਪਾਂ ਕਿਉਂ ਪੜ੍ਹੇ। ਹੈਕਸਾਡੈਸੀਮਲ ਨੰਬਰ ਸਿਸਟਮ ਨੂੰ ਆਪਾਂ ਕਿਉਂ ਪੜ੍ਹਿਆ? ਦੇਖੋ, ਬਾਈਨਰੀ ਨੰਬਰ ਜਦੋਂ ਆਪਾਂ ਲਿਖਦੇ ਹਾਂ ਨਾ, ਇਹ ਸਾਈਜ਼ ਵੱਧ ਘੇਰਦਾ, ਇਹਦੀ ਥਾਂ ਇਸ ਤਰ੍ਹਾਂ ਦਾ ਕੋਈ ਨੰਬਰ ਹੋਵੇ, ਇਹ ਨੰਬਰ ਬੜਾ ਵੱਡਾ ਨਹੀਂ ਹੈਗਾ, ਇਹ ਨਹੀਂ ਹੈਗਾ ਕਿ ਨੰਬਰ ਕਰੋੜਾਂ ਅਰਬਾਂ ਖਰਬਾਂ 'ਚ ਹੈ, ਇਹ ਨੰਬਰ ਹਜ਼ਾਰਾਂ 'ਚ ਜਾਂ ਸੈਕਿੰਡਾਂ 'ਚ ਹੀ ਹੋਊਗਾ, ਹਜ਼ਾਰਾਂ 'ਚ ਹੀ ਹੋਊਗਾ। ਬਾਈਨਰੀ ਨੰਬਰ ਥਾਂ ਜ਼ਿਆਦਾ ਘੇਰਦਾ ਹੈ। ਇਹ ਨੰਬਰ ਨੂੰ ਮੈਂ ਕਹਾਂ ਯਾਦ ਕਰ ਲਓ, ਸ਼ਾਇਦ ਤੁਸੀਂ ਯਾਦ ਕਰ ਲਓ, ਮੇਰੇ ਤੋਂ ਨਹੀਂ ਯਾਦ ਆਇਆ। ਤੇ ਇਹੀ ਨੰਬਰ ਨੂੰ ਜੇ ਆਪਾਂ ਸ਼ਾਰਟ ਕਰਨਾ ਹੋਵੇ, ਇਸ ਨੂੰ ਸ਼ਾਰਟ ਕਰਨ ਦੇ 2 ਤਰੀਕੇ ਨੇ। ਇੱਕ ਹੈਗਾ ਇਹਦੀਆਂ 4 ਡਿਜਿਟਸ ਦਾ ਇੱਕ ਗਰੁੱਪ, ਅਗਲੀਆਂ 4 ਇੱਕ ਗਰੁੱਪ, ਅਗਲੀਆਂ 4 ਇੱਕ ਗਰੁੱਪ, ਅਗਲੀਆਂ 3 ਨੇ ਤੈਨੂੰ 4 ਕਰਨੀ, ਇੱਕ ਗਰੁੱਪ ਬਣਾ ਦੇ। ਇਹਨੂੰ ਆਪਾਂ ਲਿਖ ਦਈਏ 3, ਇਹਨੂੰ ਲਿਖ ਦਈਏ, ਇਹ ਕਿੰਨਾ ਆ C, ਇਹਨੂੰ ਆ ਹੈਗਾ ਨਾ 1 4 3 2 0, ਇਹ 4 ਹੋ ਗਿਆ, ਆ ਵੀ 4 ਹੋ ਗਿਆ, 4 4 C 3, ਦਿਸ ਨੰਬਰ ਇਜ਼ ਇਕੁਅਲ ਟੂ ਦਿਸ। यानी बाइनरी नंबर ਨੂੰ ਸ਼ਾਰਟ ਫਾਰਮ ਚ ਲਿਖਣਾ, ਹੈਕਸਾਡੈਸੀਮਲ ਚ ਕਨਵਰਟ ਕਰ ਲਓ, ਬਾਈਨਰੀ ਸ਼ਾਰਟ ਫਾਰਮ ਚ ਲਿਖਣਾ। ਜਿਹੜਾ ਨੰਬਰ ਇਹ 15 ਅੰਕਾਂ ਦਾ ਸੀਗਾ, ਇਹ 4 ਅੰਕਾਂ ਦਾ ਰਹੀ, 16 ਅੰਕਾਂ ਦਾ ਸੀ ਤਾਂ 4 ਅੰਕਾਂ ਦਾ ਰਹੀ। ਹਰ 4 ਅੰਕਾਂ ਨੂੰ ਇੱਕ ਗਰੁੱਪ ਬਣਾ ਕੇ ਉਹਨਾਂ ਦੇ ਕਨਵਰਟ ਕਰ ਲਏ ਜਾਂਦੇ ਨੇ। 44C3, ਇਟ ਇਜ਼ ਈਜ਼ੀ ਟੂ ਰਿਮੈਂਬਰ। हेलो, बिल्कुल इसी तरह ही जे आप 3 की ग्रुपिंग कर लीए, यही नंबर नू आप 3 की ग्रुपिंग कर ली, मैं दोबारा लिखदा 0 1 0 0 0 1 0 0, एवें रैंडमली कोई नंबर लिखता। यदि आप ग्रुपिंग 3 की कर ली, या 3 डिजिट्स का एक ग्रुप, अगले 3 का एक ग्रुप, अगले 3 का एक ग्रुप, ਉਸ ਤੋਂ ਬਾਅਦ ਅਗਲੇ ਦਿਨ ਦਾ ਇੱਕ ਗਰੁੱਪ, ਨੈਕਸਟ ਦਿਨ ਦਾ ਇੱਕ ਗਰੁੱਪ। ਆ ਹੈਗਾ 3, ਇਹ 0, ਇਹ ਫਿਰ 3, ਆ 2, ਆ 4, ਤਾਂ 4 2 3 0 3, ਇਹਨੂੰ ਆਪਾਂ ਨੀਚੇ 8 ਕਰ ਦਈਏ, ਇਹਦੇ ਨੀਚੇ 2 ਕਰ ਦਈਏ, ਸੇਮ ਹੋ ਗਿਆ। तो ਜਿਹੜੇ ਆਕਟਲ ਨੰਬਰ ਨੇ ਵੈਸੇ ਕੰਪਿਊਟਰ 'ਚ ਯੂਜ਼ ਨਹੀਂ ਹੁੰਦੇ ਹੈਗੇ, ਇਹ ਨਹੀਂ ਹੈਗਾ ਵੀ ਕੰਪਿਊਟਰ ਆਕਟਲ ਨੰਬਰ ਸਮਝ ਸਕਦਾ ਹੈ, ਜਾਂ ਇਹ ਨਹੀਂ ਹੈਗਾ ਕਿ ਕੰਪਿਊਟਰ ਹੈਕਸਾਡੈਸੀਮਲ ਸਮਝ ਸਕਦਾ ਹੈ।
ਕੰਪਿਊਟਰ ਦੀ ਜਿਹੜੀ ਆਪਣੀ ਲੈਂਗੁਏਜ ਆ ਉਹ ਬਾਈਨਰੀ ਹੋਈ ਹੈ। ਕੰਪਿਊਟਰ ਸਾਡੇ ਨੰਬਰਾਂ ਨੂੰ ਡੈਸੀਮਲ ਤੋਂ ਬਾਈਨਰੀ 'ਚ ਕਨਵਰਟ ਕਰਦੇ ਆ। ਆਪਾਂ ਵੀ ਆਕਟਲ ਦਿੰਦੇ ਨਹੀਂ ਹੈਗੇ, ਆਪਾਂ ਵੀ ਬਾਈਨਰੀ ਆਪਾਂ ਦਿੰਦੇ ਡੈਸੀਮਲ ਨੰਬਰ, ਕੰਪਿਊਟਰ ਉਹਨੂੰ ਕਨਵਰਟ ਕਰ ਲੈਂਦਾ ਬਾਈਨਰੀ ਨੰਬਰ 'ਚ। ਫਿਰ ਆਕਟਲ ਤੇ ਹੈਕਸਾਡੈਸੀਮਲ ਅਦਰਵਾਈਜ਼ ਤਾਂ ਇਟ ਇਜ਼ ਆਫ ਨੋ ਯੂਜ਼। ਬਸ ਇਹ ਕਿ ਵੀ ਜਦੋਂ ਨੰਬਰ ਬੜਾ ਵੱਡਾ ਹੋਵੇ ਉਹ ਸਾਨੂੰ ਇੱਦਾਂ ਦੀ ਜਗ੍ਹਾ 'ਤੇ ਇੱਦਾਂ ਦਿਖ ਜਾਵੇ, ਜਾਂ ਇਸ ਤਰ੍ਹਾਂ ਜਗ੍ਹਾ 'ਤੇ ਜਿਹੜਾ ਪਹਿਲਾਂ ਮੈਂ ਦਿਖਾਇਆ ਸੀਗਾ 4-4 ਦੀ ਗਰੁੱਪਿੰਗ ਵਾਲਾ, ਬਹੁਤੀ ਵਾਰੀ 4-4 ਦੀ ਗਰੁੱਪਿੰਗ ਵਾਲਾ ਨੰਬਰ ਦਿਖਾਇਆ ਜਾਂਦਾ ਹੈ। ਕਈ ਵਾਰੀ ਸਕਰੀਨ 'ਤੇ ਵੀ ਆਪਾਂ ਨੂੰ ਆਕਟਲ ਨੰਬਰ ਦਿਖਦਾ ਹੈ। ਆਕਟਲ ਨੰਬਰ ਜੇ ਪੂਰਾ ਦਿਖੇ ਉਹ ਥਾਂ ਸਕਰੀਨ 'ਤੇ ਜ਼ਿਆਦਾ ਘੇਰੂਗਾ। ਜਦੋਂ ਕਈ ਇੱਦਾਂ ਦੇ ਸੌਫਟਵੇਅਰ ਨੇ ਜਿਹੜੇ ਆਪਾਂ ਨੂੰ ਜਿਵੇਂ ਨੰਬਰ ਸਟੋਰ ਹੈ ਉਵੇਂ ਨੰਬਰ ਦਿਖਾਉਂਦੇ ਨੇ 0011, ਬਟ ਉਹ 0011 ਦੀ ਜਗ੍ਹਾ 'ਤੇ ਅਸੀਂ ਚਾਹਾਂਗੇ 0011 ਨਾ ਦਿਖੇ, ਨੰਬਰ ਛੋਟਾ ਦਿਖੇ। ਛੋਟਾ ਦਿਖੇ ਤਾਂ ਫਿਰ ਕਿਵੇਂ ਤਰੀਕਾ ਆ, ਉਹ ਨੰਬਰ ਨੂੰ ਆਪਾਂ ਹੈਕਸਾਡੈਸੀਮਲ 'ਚ ਸ਼ੋ ਕਰਵਾ ਦਿੰਦੇ ਹਾਂ। ਤੋ ਹੈਕਸਾ ਨੂੰ ਬਾਈਨਰੀ ਵਿੱਚ ਕਨਵਰਟ ਕਰਨਾ ਆਸਾਨ ਹੈ, ਇਸ ਕਰਕੇ ਹੈਕਸਾਡੈਸੀਮਲ ਨੰਬਰ ਸਿਸਟਮ ਕੰਪਿਊਟਰ ਦੇ ਵਿੱਚ ਯੂਜ਼ ਹੁੰਦੇ ਨੇ। ਅਦਰਵਾਈਜ਼ ਨਾ ਆਪਾਂ ਹੈਕਸਾ ਆਮ ਤੌਰ 'ਤੇ ਦਿੰਦੇ ਹਾਂ, ਨਾ ਆਪਾਂ ਹੈਕਸਾ ਨਾ ਕੰਪਿਊਟਰ ਯੂਜ਼ ਕਰਦੇ, ਸਿਰਫ ਬਾਈਨਰੀ ਨੂੰ ਸ਼ਾਰਟ ਫਾਰਮ 'ਚ ਲਿਖਣ ਦਾ ਹੀ ਤਰੀਕਾ ਹੈ। ਆਪਣਾ ਨੈਕਸਟ ਯੂਨਿਟ ਹੈ ਮੈਮਰੀ। ਇਹਦੇ 'ਚੋਂ ਦੇਖਦੇ ਹਾਂ ਆਪਾਂ ਕੀ ਕੀ ਚੀਜ਼ਾਂ ਨਵੀਆਂ ਨੇ ਜੋ ਸਿੱਖਣੀਆਂ ਨੇ। ਕੰਪੋਨੈਂਟਸ ਆਫ ਕੰਪਿਊਟਰ ਆਰਕੀਟੈਕਚਰ। ਕੰਪਿਊਟਰ ਦੇ ਕੰਪੋਨੈਂਟਸ 'ਚ ਇਨਪੁੱਟ ਡਿਵਾਈਸ ਹੈ, ਇਹਦੇ ਬਾਰੇ ਤਾਂ ਆਪਾਂ ਕਈ ਵਾਰੀ ਪੜ੍ਹ ਚੁੱਕੇ ਹਾਂ, ਇਸ ਤੋਂ ਪਿਛਲੇ ਲੈਸਨ 'ਚ ਵੀ ਪੜ੍ਹ ਲਿਆ ਸੀ, ਰਿਪੀਟ ਕਰਨ ਦੀ ਲੋੜ ਨਹੀਂ ਆ। ਆਹ ਡਾਇਗਰਾਮ ਵੀ ਕਲੀਅਰ ਹੈ ਨਾ। ਇਨਪੁੱਟ ਡਿਵਾਈਸਿਸ ਤੋਂ ਆਪਾਂ ਡਾਟਾ ਜਾਂ ਇਨਸਟਰਕਸ਼ਨਾਂ ਕੰਪਿਊਟਰ ਦੀ ਮੈਮਰੀ 'ਚ ਭੇਜਦੇ ਹਾਂ। ਮੈਮਰੀ ਇਹਨਾਂ ਨੇ ਦੋ ਕਿਸਮ ਦੀ ਬਣਾਈ ਹੋਈ ਹੈ, ਪ੍ਰਾਇਮਰੀ ਅਤੇ ਸੈਕੰਡਰੀ। ਪ੍ਰਾਇਮਰੀ 'ਚ ਜਾਣਾ ਜੇ ਆਪਾਂ ਸੇਵ ਕਰਦੇ ਹਾਂ ਤਾਂ ਉਹ ਸੈਕੰਡਰੀ 'ਚ ਚਲਾ ਜਾਊਗਾ, ਜੇ ਸੇਵ ਨਹੀਂ ਕਰਦੇ ਤਾਂ ਪ੍ਰਾਇਮਰੀ 'ਚ ਪਿਆ ਰਹਿਣਾ ਹੈ। ਪ੍ਰਾਇਮਰੀ ਮੈਮਰੀ ਟੈਂਪਰੇਰੀ ਹੈ, ਜਦ ਤੱਕ ਕੰਪਿਊਟਰ ਔਨ ਹੈ ਉਦੋਂ ਤੱਕ ਇਨਫੋਰਮੇਸ਼ਨ ਪਈ ਰਹਿਣੀ ਹੈ, ਫਿਰ ਮਿਟ ਜਾਣੀ ਹੈ। ਰਿਜ਼ਲਟ ਸਾਨੂੰ ਸਕਰੀਨ 'ਤੇ ਆਊਟਪੁੱਟ ਯੂਨਿਟ ਦੁਆਰਾ ਦਿਖਦੇ ਨੇ। ਜਦੋਂ ਆਪਾਂ ਕੋਈ ਚੀਜ਼ ਪ੍ਰੋਸੈਸ ਕਰਵਾਉਂਦੇ ਹਾਂ ਤਾਂ ਉਹ ਪ੍ਰੋਸੈਸਿੰਗ ਵਾਸਤੇ ਡਾਟਾ ALU ਕੋਲ ਜਾਂਦਾ ਆ। ALU ਹੱਲ ਕਰਕੇ ਵਾਪਸ ਰਿਜ਼ਲਟ ਰੈਮ 'ਚ ਲੈ ਕੇ ਆਉਂਦਾ ਆ। ਇਹ ਕੰਪਿਊਟਰ ਦੀ ਵਰਕਿੰਗ ਪਹਿਲਾਂ ਆਪਾਂ ਕਰ ਚੁੱਕੇ ਹਾਂ। ਸਟੋਰੇਜ ਆ ਵੀ ਮੈਮਰੀ ਹੈ, ਪ੍ਰਾਇਮਰੀ ਆ ਵੀ ਮੈਮਰੀ ਹੈ। ਇਹ ਜਿਹੜਾ ਲੈਸਨ ਹੈ ਇਹ ਮੈਮਰੀ ਨਾਲ ਸੰਬੰਧਿਤ ਹੈ। ਮੈਮਰੀ ਸਿਸਟਮ ਆਫ ਕੰਪਿਊਟਰਸ। हाँ जी, ਮੈਮਰੀ ਆ ਦੋ ਕਿਸਮ ਦੀਆਂ ਨੇ। ਇਹ ਕਹਿੰਦਾ ਦੇयर आर टू काइंड्स ऑफ कंप्यूटर्स ਮੈਮਰੀ, ਪ੍ਰਾਇਮਰੀ ਐਂਡ ਸੈਕੰਡਰੀ। ਆ ਫਿਰ ਇੱਕ ਡਾਇਗਰਾਮ ਆ ਗਈ ਨਾ, ਇਹ ਪਹਿਲਾਂ ਵੀ ਡਾਇਗਰਾਮ ਆਪਾਂ ਲਗਾ ਕੇ ਹਟੇ ਆ। ਇਸ ਲੈਸਨ ਦੇ ਵਿੱਚ ਇਹ ਇਹਨਾਂ ਸਾਰੀਆਂ ਮੈਮਰੀਜ਼ ਦੇ ਬਾਰੇ ਐਕਸਪਲੇਨੇਸ਼ਨ ਦਊਗਾ। ਪ੍ਰਾਇਮਰੀ ਮੈਮਰੀ ਅਸੀਂ ਕਹਿ ਦਿੰਦੇ ਹਾਂ ਜਿਹੜੀ ਕੰਪਿਊਟਰ ਦੀ ਆਪਣੀ ਇੰਟਰਨਲ ਮੈਮਰੀ ਹੈ, ਇਹਨੂੰ ਆਪਾਂ ਇੰਟਰਨਲ ਮੈਮਰੀ ਵੀ ਕਹਿ ਦਿੰਦੇ ਹਾਂ, ਪ੍ਰਾਇਮਰੀ ਵੀ ਕਹਿ ਦਿੰਦੇ ਹਾਂ। ਸੈਕੰਡਰੀ ਨੂੰ ਆਪਾਂ ਐਕਸਟਰਨਲ ਮੈਮਰੀ ਵੀ ਕਹਿ ਦਿੰਦੇ ਹਾਂ। ਹਾਲਾਂਕਿ ਹੁਣ ਸੈਕੰਡਰੀ ਮੈਮਰੀ ਐਕਸਟਰਨਲ ਕਹਿਣਾ ਵੀ ਗਲਤ ਜਿਹਾ ਹੋ ਜਾਊਗਾ, ਅੱਜ ਕੱਲ੍ਹ ਅੰਦਰ ਹੀ ਬਣੀ ਹੋਈ ਆ। ਕੋਈ ਸਮਾਂ ਸੀ ਜਦੋਂ ਐਕਸਟਰਨਲ ਅਲੱਗ ਤੋਂ ਲਾਉਂਦੇ ਸੀਗੇ ਵੀ ਇਹ ਬਾਹਰ ਸੀ ਉਹ ਅੰਦਰ ਸੀ। ਤੋ ਪ੍ਰਾਇਮਰੀ ਮੈਮਰੀ ਹੁਣ ਆਪਾਂ ਕਹਿ ਦਈਏ ਸੈਕੰਡਰੀ ਕਿ ਇੰਟਰਨਲ ਐਕਸਟਰਨਲ ਛੱਡ ਹੀ ਦਿਓ, ਹੁਣ ਦੋਨੇ ਇੰਟਰਨਲ ਨੇ, ਇਸ ਕਰਕੇ ਇੰਟਰਨਲ ਐਕਸਟਰਨਲ ਤਾਂ ਹੀ ਇਹਨੇ ਵੀ ਲਿਖਿਆ ਨਹੀਂ ਹੈਗਾ। ਪ੍ਰਾਇਮਰੀ ਮੈਮਰੀ ਜਿਹੜੀ ਕੰਪਿਊਟਰ ਦੀ CPU ਦੇ ਨਾਲ ਕਨੈਕਟਡ ਹੈ, ਪ੍ਰੋਸੈਸਰ ਦੇ ਨਾਲ ਕਨੈਕਟਡ ਹੈ। ਡਾਇਗਰਾਮ ਦੇਖਿਓ ਕਰੀ, ਫਿਰ ਮੈਂ ਤੁਹਾਨੂੰ ਦਿਖਾਉਣਾ। ਇੱਥੇ ਇਹਨੇ ਡਾਇਗਰਾਮ 'ਚ ਵੀ ਨਾ ਮੇਰੇ ਹਿਸਾਬ ਨਾਲ ਥੋੜ੍ਹੀ ਜਿਹੀ ਕਰੈਕਸ਼ਨ ਕਰਨ ਦੀ ਲੋੜ ਹੈ। ਜਿਹੜੀ ਜਿਵੇਂ ਨਾ ਪ੍ਰਾਇਮਰੀ ਮੈਮਰੀ ਅਤੇ ਆਹ ਇਕੱਠਾ, ਯਾਨੀ ਮੈਂ ਬਾਕਸ ਨੂੰ ਇਕੱਠਾ ਬਣਾਉਂਦਾ ਹੁੰਦਾ। ਪ੍ਰੋਸੈਸਰ ਦੇ ਵਿੱਚ ਕੰਟਰੋਲ ਯੂਨਿਟ, ALU ਐਂਡ ਪ੍ਰਾਇਮਰੀ ਮੈਮਰੀ, ਇਹ ਸੈਕੰਡਰੀ ਅਲੱਗ। ਇਹਨੇ ਮੈਮਰੀਆਂ ਦੱਸੀਆਂ ਤਾਂ ਕਰਕੇ ਇੱਦਾਂ ਦੀ ਟੌਪਿਕ ਬਣਾਇਆ। ਜਿਹੜੀ ਡਾਇਗਰਾਮ ਪਹਿਲਾਂ ਮੈਂ ਬਲੌਕ ਡਾਇਗਰਾਮ ਬਣਾਈ ਸੀ ਉਹਦੇ ਵਿੱਚ ਸੈਕੰਡਰੀ ਮੈਮਰੀ ਨੂੰ ਬਾਹਰ ਕੱਢਦਾ ਸੀ, ਪ੍ਰਾਇਮਰੀ ਉਹਦੇ ਨਾਲ ਜੁੜਦੀ ਸੀ। ਪ੍ਰਾਇਮਰੀ ਅਤੇ ਪ੍ਰੋਸੈਸਰ ਇਹ ਸਾਰਾ ਕੁਝ ਇਕੱਠਾ ਹੀ ਹੈ, ਇਹ ਇੱਕ ਯੂਨਿਟ ਹੋਊਗੀ। ਇਹਨੂੰ ਆਪਾਂ ਕਹਿੰਦੇ ਹਾਂ CPU। ਯਾਨੀ ਮੈਂ ਕਹੂੰਗਾ ਜਿਹੜੀ ਪ੍ਰਾਇਮਰੀ ਮੈਮਰੀ ਹੈ CPU ਦਾ ਆਪਣਾ ਪਾਰਟ ਹੈ, ਅਤੇ ਜਿਹੜੀ ਸੈਕੰਡਰੀ ਮੈਮਰੀ ਹੈ ਇਹ ਨਾਲ ਅਟੈਚ ਕੀਤੀ ਹੋਈ ਹੈ ਵਿਦ ਕੇਬਲ, ਆਪਾਂ ਆਪ ਅਟੈਚ ਕੀਤੀ ਹੋਈ ਹੈ। ਸੈਕੰਡਰੀ ਪਰਮਾਨੈਂਟ ਮੈਮਰੀ ਹੈ। ਇਹ ਅੱਗੇ ਦੋ ਕਿਸਮ ਦੀ ਹੈ, ਰੈਮ ਐਂਡ ਰੋਮ। ਅਸੀਂ ਇਹਦੇ ਬਾਰੇ ਪਹਿਲਾਂ ਪੜ੍ਹ ਚੁੱਕੇ ਹਾਂ, ਇਸ ਕਰਕੇ ਥੋੜ੍ਹਾ ਜਿਹਾ ਹੁਣ ਦੁਬਾਰਾ ਪੜ੍ਹਨ ਦੀ ਲੋੜ ਨਹੀਂ ਪੈਣੀ ਹੈਗੀ।
ਆ ਡਾਇਗਰਾਮ ਸੀ। ਪ੍ਰਾਇਮਰੀ ਮੈਮਰੀ ਦੋ ਕਿਸਮ ਦੀ ਰੈਮ ਐਂਡ ਰੋਮ, ਤੇ ਜਿਹੜੀ ਸੈਕੰਡਰੀ ਆ ਉਹ 'ਚ HDD ਮਤਲਬ ਹਾਰਡ ਡਿਸਕ, SSD ਸੋਲਿਡ ਸਟੇਟ ਡਰਾਈਵ, ਕੰਪੈਕਟ ਡਿਸਕ CD, ਫਲੋਪੀ, ਮੈਗਨੈਟਿਕ ਟੇਪ। ਇਹ ਮੈਗਨੈਟਿਕ ਟੇਪ ਜਿਵੇਂ ਟੇਪ ਰਿਕਾਰਡਰ ਦੀ ਕੈਸਟ ਹੁੰਦੀ ਸੀ ਪਹਿਲਾਂ, ਕਦੇ ਦੇਖੀ ਹੋਵੇ, ਇਹ ਉਵੇਂ ਦੀ ਹੁੰਦੀ ਸੀ। ਨਾਓ ਡੇਜ਼ ਇਹਦਾ ਵੀ ਕੰਮ ਨਹੀਂ ਹੈ ਕੋਈ, ਇਹ ਖਤਮ ਹੋ ਚੁੱਕੀਆਂ ਨੇ। ਆ ਵੀ ਖਤਮ ਹੈ, ਇਹ ਵੀ ਖਤਮ ਹੋ ਰਹੀਆਂ ਨੇ। SSD ਹੁਣ ਆ ਰਹੀ, ਹੌਲੀ ਹੌਲੀ ਹਾਰਡ ਡਿਸਕ ਵੀ ਖਤਮ ਹੋ ਜਾਊਗੀ, ਹੋ ਹੀ ਰਹੀ ਹੈ ਖਤਮ। ਹੁਣ ਨਵੇਂ ਕੰਪਿਊਟਰ ਦੇ ਵਿੱਚ ਹਾਰਡ ਡਿਸਕ ਨਹੀਂ ਆ ਰਹੀ, SSD ਆ ਰਹੀ ਹੈ, ਕਿਉਂਕਿ SSD ਦੀ ਸਪੀਡ ਹਾਰਡ ਡਿਸਕ ਨਾਲੋਂ ਜ਼ਿਆਦਾ ਹੈ। ਇਸ ਕਰਕੇ we all prefer getting SSD in our computer। ਫਿਰ ਜਿਹੜੀ ਰੋਮ ਤੇ ਰੈਮ ਅੱਗੋਂ ਦੋ ਕਿਸਮ ਦੀ ਲਿਖੀ ਹੈ, SRAM ਤੇ DRAM, ਸਟੈਟਿਕ ਤੇ ਡਾਇਨਾਮਿਕ। ਇੱਦਾਂ ਹੀ ਰੋਮ, ਫਿਰ ਇੱਕ ਲਿਖੀ ਹੈ PROM, EPROM, EEPROM। ਇਹਨਾਂ ਦੀਆਂ ਟਾਈਪਸ ਨੇ, ਇਹਨਾਂ ਦੇ ਬਾਰੇ ਇਸ ਲੈਸਨ ਦੇ ਵਿੱਚ we are going to learn। ਮੈਨੂੰ ਐਂ ਲੱਗ ਰਿਹਾ ਵੀ ਆਹ ਤਾਂ ਟੌਪਿਕ ਮੈਂ ਕਰਵਾਇਆ ਹੋਇਆ, ਇਸ ਕਰਕੇ ਮੈਂ ਅੱਗੇ ਲੰਘਾਉਣ ਲੱਗਿਆ ਇੱਦਾਂ ਹੀ। ਰੈਮ ਵੀ ਤੇ ਰੋਮ ਵੀ ਪਰਸੋਂ ਜਾਂ ਇਸ ਤੋਂ ਪ੍ਰੀਵੀਅਸ ਕਲਾਸ 'ਚ ਆਪਾਂ ਕੀਤਾ ਹੈ, ਰਿਪੀਟ ਕਰਨਾ ਬੋਰਿੰਗ ਹੋ ਜਾਊਗਾ। ਜਿਹੜੀ ROM ਹੈ, ਰੋਮ ਮੈਮਰੀ, ਇਹ ਕੰਪਿਊਟਰ ਨੂੰ ਸਟਾਰਟ ਕਰਨ ਵਾਸਤੇ ਜਾਂ ਕੰਪਿਊਟਰ ਆਪਣੇ ਆਪ ਸਟਾਰਟ ਹੋ ਜਾਵੇ ਉਹਦੇ ਵਾਸਤੇ ਯੂਜ਼ ਹੁੰਦੀ ਹੈ। ਮੈਨੂਫੈਕਚਰ ਨੂੰ ਲਿਖੀ ਹੋਈ ਹੈ। ਇਹ ਉਹ ਹੈ ਜਿਹਦੇ ਵਿੱਚ ਪ੍ਰੋਗਰਾਮ ਇੱਕ ਵਾਰੀ ਲਿਖਤਾ, ਜਦ ਤੱਕ ਉਹ ਕੰਪਿਊਟਰ ਨੇ ਜੀਣਾ ਹੈ, ਜਦ ਤੱਕ ਉਹਦੀ ਲਾਈਫ ਹੈ, ਉਦੋਂ ਤੱਕ ਉਹਨੇ ਉਹੀ ਮੈਮਰੀ ਨਾਲ ਸਟਾਰਟ ਹੋ ਜਾਣਾ ਹੈ। ਉਹਦੀ ਜਿੰਨੀ ਉਹਨੂੰ ਇੰਸਟਰਕਸ਼ਨ ਚਾਹੀਦੀ ਉਹ 'ਚ ਪਾਈਆਂ ਹੋਈਆਂ ਨੇ, ਕਦੇ ਲੋੜ ਨਹੀਂ ਪੈਂਦੀ ਕਿ ਚੇਂਜ ਕੀਤੀ ਜਾਵੇ। ਫਿਰ ਵੀ ਇੱਦਾਂ ਦੀ ਵੀ ਮੈਮਰੀ ਹੁੰਦੀ ਹੈ ਜਿਹਨੂੰ ਆਪਾਂ ਕਹਿੰਦੇ ਆ EPROM, ਇਰੇਜ਼ੇਬਲ ਐਂਡ ਪ੍ਰੋਗਰਾਮੇਬਲ। ਉਹਦੇ ਵਿੱਚ ਆਪਾਂ ਆਪ ਪ੍ਰੋਗਰਾਮ ਲਿਖ ਵੀ ਸਕਦੇ ਹਾਂ, ਉਹਨੂੰ ਇਰੇਜ਼ ਕਰਕੇ ਦੁਬਾਰਾ ਵੀ ਪ੍ਰੋਗਰਾਮ ਦੇ ਸਕਦੇ ਹਾਂ। ਇੱਕ ਹੋ ਗਈ PROM, ਪ੍ਰੋਗਰਾਮੇਬਲ ਰੀਡ ਓਨਲੀ ਮੈਮਰੀ। ਐਗਜ਼ਾਮਪਲ ਦੇ ਦਿੰਦਾ, ਜਿਵੇਂ ਟ੍ਰੈਫਿਕ ਲਾਈਟਸ ਦਾ ਸਿਸਟਮ ਹੈ, ਇੱਦਾਂ ਦੇ ਹੋਰ ਕਈ ਸਾਰੇ ਸਿਸਟਮ ਨੇ। ਉਹਦੇ ਵਿੱਚ ਇੱਕ ਵਾਰੀ ਪ੍ਰੋਗਰਾਮ ਬਣਾ ਦਿੱਤਾ ਜਾਣਾ ਹੈ ਕਿ ਇੰਨੇ ਸੈਕਿੰਡ ਬਾਅਦ ਆਹ ਲਾਈਟ ਬੰਦ ਹੋ ਜਾਵੇ, ਉਹ ਚੱਲ ਪਵੇ, ਉਹ ਬੰਦ ਹੋ ਜਾਵੇ, ਉਹ ਚੱਲ ਜਾਵੇ। ਇੱਦਾਂ ਦਾ ਅਲੱਗ-ਅਲੱਗ ਪ੍ਰੋਗਰਾਮਿੰਗ ਉਹ ਵੀ ਹੈਗੀ ਹੈ। ਉਹ ਪ੍ਰੋਗਰਾਮਿੰਗ ਇੱਕ ਵਾਰੀ ਕਰਕੇ ਉਹ ਪੂਰੇ ਸਿਸਟਮ ਨੂੰ ਕੰਟਰੋਲ ਕਰਨ ਵਾਸਤੇ ਜਿਹੜਾ ਅੰਦਰ ਕੰਟਰੋਲਰ ਲੱਗਿਆ ਆ, CPU ਲੱਗਿਆ, ਉਹ 'ਚ ਪ੍ਰੋਗਰਾਮ ਭਰ ਦੇਣਾ ਹੈ। ਉਹ ਪ੍ਰੋਗਰਾਮ ਪਾਤਾ, ਦੈਟ ਮੀਨਸ ਉਹ ਪ੍ਰੋਗਰਾਮ ਨੇ ਐਜ਼ ਇਟ ਇਜ਼ ਚੱਲੀ ਜਾਣਾ ਆ। ਉਹ ਉਹਦੀ PROM ਦੇ ਵਿੱਚ, ਪ੍ਰੋਗਰਾਮੇਬਲ ਰੀਡ ਓਨਲੀ ਮੈਮਰੀ 'ਚ ਪ੍ਰੋਗਰਾਮ ਪਾਤਾ, ਦੁਬਾਰਾ ਉਹਨੂੰ ਕਦੇ ਚੇਂਜ ਕਰਨ ਦੀ ਲੋੜ ਨਹੀਂ ਪੈਂਦੀ। ਇਸ ਤਰ੍ਹਾਂ ਦੀ ਮੈਮਰੀ ਵੀ ਆਉਂਦੀ ਹੈ ਜਿਹੜੀ, ਮੰਨ ਲਓ ਕਿ ਕੰਪਨੀ ਜਾਂ ਉਹ ਟ੍ਰੈਫਿਕ ਪੁਲਿਸ ਨੇ ਇਹ ਕਹਿਤਾ ਜੀ ਇੱਥੇ ਟਾਈਮ ਚੇਂਜ ਕਰਨਾ ਹੈ, ਪਹਿਲਾਂ 15 ਸੈਕਿੰਡ ਸੀਗੇ, ਹੁਣ ਇਹਨੂੰ 30 ਸੈਕਿੰਡ ਕਰ ਦਿਓ, 15 ਸੈਕਿੰਡ ਘੱਟ ਨੇ, ਜਾਂ ਇਹਦੇ ਵਿੱਚ ਕੋਈ ਆਲਟਰੇਸ਼ਨ ਕਰਨੇ, ਕੋਈ ਨਵਾਂ ਰਸਤਾ ਬਣ ਗਿਆ, ਕੋਈ ਚੇਂਜਸ ਕਰਨੀਆਂ ਨੇ, ਤਾਂ ਉਹ ਉਸੇ ਹੀ ਰੋਮ ਨੂੰ ਕੱਢਣਗੇ, ਉਹਦੇ ਵਿੱਚ ਦੁਬਾਰਾ ਪ੍ਰੋਗਰਾਮ ਲਿਖ ਦੇਣਗੇ। ਇੱਦਾਂ ਦੀ ਜਿਹੜੀ ਮੈਮਰੀ ਜਿਹਨੂੰ ਰੀਪ੍ਰੋਗਰਾਮਿੰਗ, ਜਿਹਦੇ 'ਚ ਪ੍ਰੋਗਰਾਮ ਦੁਬਾਰਾ ਬਣਾਇਆ ਜਾ ਸਕਦਾ ਆ, ਉਹਨੂੰ ਆਪਾਂ ਇਰੇਜ਼ੇਬਲ ਪ੍ਰੋਗਰਾਮੇਬਲ ਰੀਡ ਓਨਲੀ ਮੈਮਰੀ ਕਹਿੰਦੇ ਹਾਂ। ਮਤਲਬ ਰੋਮ ਮੈਮਰੀ ਇੱਦਾਂ ਦੀ ਮੈਮਰੀ ਜਿਹਦੇ ਵਿੱਚ ਇੱਕ ਵਾਰੀ ਇੱਕ ਹੋ ਗਈ ਹੈ, ਜਿਹ ਸਿਰਫ ਵਨਸ ਲਿਖ ਲਿਆ, ਬਾਅਦ 'ਚ ਮਿਟੂਗਾ ਨਹੀਂ, ਬਾਅਦ 'ਚ ਜੇ ਅਗਰ ਬਦਲਣਾ ਤਾਂ ਨਵੀਂ ਚਿਪ ਲੈ ਕੇ ਬਾਅਦ ਪੁਰਾਣੀ ਛੱਡੋ। ਇੱਕ ਹੈ ਕਿ ਉਹਦੇ 'ਚ ਆਪਾਂ ਦੁਬਾਰਾ ਦੀ ਇਰੇਜ਼ ਕਰਕੇ ਫਿਰ ਉਹ 'ਚ ਨਵਾਂ ਪ੍ਰੋਗਰਾਮ ਵੀ ਪਾ ਦਿਓ। ਇੱਦਾਂ ਦੇ ਕਈ ਕਿਸਮ ਦੇ ਰੋਮਸ ਆਉਂਦੀਆਂ ਨੇ। ਇੱਕ 'ਤੇ ਲਿਖਿਆ ਹੈ EEPROM, ਇਲੈਕਟ੍ਰੀਕਲੀ ਇਰੇਜ਼ੇਬਲ ਰੀਡ ਓਨਲੀ ਮੈਮਰੀ ਹੈ। EEPROM, ਇਲੈਕਟ੍ਰੀਕਲੀ ਇਰੇਜ਼ੇਬਲ ਪ੍ਰੋਗਰਾਮੇਬਲ ਰੀਡ ਓਨਲੀ ਮੈਮਰੀ, ਇੱਦਾਂ ਦੀ ਮੈਮਰੀ ਹੈ। ਉਹ ਇਹ ਅਲੱਗ-ਅਲੱਗ ਡਿਵਾਈਸਿਸ ਦੇ ਵਿੱਚ ਜਿਹੜੀ ਮੈਮਰੀ ਦੀ ਲੋੜ ਆ, ਉਹ ਡਿਵਾਈਸ, ਉਹ ਮੈਮਰੀ ਇਲੈਕਟ੍ਰੋਨਿਕਸ ਵਾਲੇ ਉਹ ਪਰਸਨਸ ਯੂਜ਼ ਕਰ ਸਕਦੇ। ਇਸ ਤੋਂ ਬਾਅਦ ਤੁਹਾਡੇ ਕੋਲ ਇਸੇ ਟੌਪਿਕ ਦੇ ਨਾਲ ਇੱਕ ਲਿਖਿਆ ਹੈ ਕੈਸ਼ ਮੈਮਰੀ।
एक लिखा है रजिस्टर, ये भी मेमोरी है। एक लिखा है वर्चुअल मेमोरी। ये तीन निक्के निक्के टॉपिक्स ने, इन्हों के तिनों ते गल करते हैं। पहला कैश मेमोरी गल करते हैं। हुण जिवें मैं ये कहां कि ये तुहाडा प्रोसैसर है, तुहाडा कंप्यूटर है, तुहाडा CPU है। ये CPU ने काम किवें करना है? कोई ना कोई दुनिया आपां बैठे हैं, वही आपां ਆਪਾਂ ਇਹਨੂੰ ਆਪਾਂ सोच लिया कि मेरा आ काम है कंप्यूटर कर देवे, साडे सोचण नालों कंप्यूटर काम कर दूगा। ਅਸੀਂ ਜੋ ਸੋਚਾਂਗੇ, ਅਸੀਂ ਉਹ ਇਨਸਟਰਕਸ਼ਨ ਕੰਪਿਊਟਰ ਨੂੰ ਦੇਵਾਂਗੇ, ਤਾਂ ਉਹ ਇਨਸਟਰਕਸ਼ਨ ਪੜ੍ਹ ਕੇ ਤਾਂ ਕੰਮ ਕੰਪਿਊਟਰ ਕਰਦਾ। ਇਨਸਟਰਕਸ਼ਨ ਦੇਵਾਂਗੇ ਕਿਵੇਂ? ਅਸੀਂ ਇੱਥੋਂ ਇਨਸਟਰਕਸ਼ਨ ਥਰੂ ਇਨਪੁਟ ਡਿਵਾਈਸਿਸ, ਇਹਦੀ ਰੈਂਡਮ ਐਕਸੈਸ ਮੈਮਰੀ, ਰੈਮ ਮੈਮਰੀ ਵਿੱਚ ਅਸੀਂ ਇਹਨੂੰ ਇਨਸਟਰਕਸ਼ਨਾਂ ਭੇਜਾਂਗੇ। ਮਤਲਬ ਵੀ ਸਪਲਾਈ instructions to CPU into its RAM। ਅਸੀਂ RAM 'ਚ ਇਨਸਟਰਕਸ਼ਨ ਭੇਜੀ, ਇਹਨੇ ਇੱਥੇ ਇਨਸਟਰਕਸ਼ਨ ਜਦੋਂ ਭੇਜੀ ਤਾਂ ਇਹਨੂੰ ਪਤਾ ਲੱਗਿਆ ਅੱਛਾ ਕੰਮ ਆ ਗਿਆ, ਸ਼ੁਕਰ ਆ ਕੰਮ ਆਇਆ ਤਾਂ ਮੈਂ ਕੰਮ ਕਰਾਂ। ਜੇ RAM ਵਿੱਚ ਕੋਈ ਕੰਮ ਨਹੀਂ ਆਊਗਾ ਤਾਂ ਇਹਨੇ ਵਿਹਲੇ ਬੈਠੇ ਰਹਿਣਾ। ਇਹਨੇ ਇਹਦੀ ਨਿਗਾਹ ਇੱਥੇ RAM ਤੇ ਰਹਿਣੀ ਹੈ। ਜੇ RAM 'ਚ ਕੰਮ ਆਊਗਾ ਤਾਂ ਮੈਂ ਕੰਮ ਕਰੂੰਗਾ, ਨਹੀਂ ਤਾਂ ਮੈਂ ਵਿਹਲਾ ਬੈਠਾ। ਆਪਾਂ ਕੰਮ ਕਰਵਾਉਣਾ ਹੈ ਤਾਂ ਆਪਾਂ ਰੈਮ 'ਚ ਕੰਮ ਭੇਜਾਂਗੇ, ਰੈਮ 'ਚੋਂ ਕੰਮ ਫੜ ਕੇ ਇਹਨੇ ਕੰਮ ਕਰਨਾ। ਜਿਵੇਂ ਇਹ ਮੰਨ ਲਓ ਕਿ ਇੱਕ ਟਿਕਟ ਕਾਊਂਟਰ ਦੇ ਉੱਤੇ ਟਿਕਟ ਕਲੈਕਟਰ, ਟਿਕਟ ਦੇਣ ਵਾਲਾ, ਵੇਚਣ ਵਾਲਾ ਬੰਦਾ ਬੈਠਾ, ਜਾਂ ਕਿਸੇ ਸ਼ਾਪਕੀਪਰ, ਸ਼ਾਪ ਦੀ ਗੱਲ ਕਰਦੇ ਉੱਥੇ ਸ਼ਾਪਕੀਪਰ ਬੈਠਾ ਹੈ। ਸ਼ਾਪਕੀਪਰ ਬੈਠਾ, ਜੇ ਕਸਟਮਰ ਨਹੀਂ ਆ ਤਾਂ ਸ਼ਾਪਕੀਪਰ ਉਹਦੀ ਵੇਟ ਹੀ ਕਰੀ ਜਾ ਰਿਹਾ, ਕੁਛ ਨਹੀਂ ਕਰ ਰਿਹਾ। ਚਾਹੇ ਬੈਠਾ ਅਖਬਾਰ ਪੜ੍ਹੀ ਚੱਲੇ, ਚਾਹੇ ਉਹ ਬੈਠਾ TV ਦੇਖੀ ਚੱਲੇ, ਜਾਂ ਮੋਬਾਈਲ 'ਤੇ ਕੁਛ ਲਈ ਚੱਲੇ, ਉਹਨੇ ਬੈਠੇ ਰਹਿਣਾ ਵਿਹਲੇ ਨੇ। ਜਦੋਂ ਕਸਟਮਰ ਆਊਗਾ ਤਾਂ ਉਹਨੇ ਆਪਣੀ ਪ੍ਰੋਸੈਸਿੰਗ ਸਟਾਰਟ ਕਰਨੀ ਹੈ, ਦੱਸੋ ਜੀ ਕੀ ਲੈਣਾ। ਜੇ ਨਹੀਂ ਆਇਆ ਕਸਟਮਰ ਤਾਂ ਹੀ ਔਰ ਸ਼ੀ ਇਜ਼ ਸਿਟਿੰਗ ਆਈਡਲ। ਇੱਦਾਂ ਹੀ ਕੰਪਿਊਟਰਸ ਦਾ, ਕੰਪਿਊਟਰ ਇੱਥੇ ਬੈਠਾ ਵਿਹਲਾ, ਜਦੋਂ ਉਹਨੂੰ ਕੰਮ, ਉਹਦੀ ਨਿਗਾਹ ਇੱਥੇ ਰਹਿਣੀ ਹੈ। ਜਿਵੇਂ ਸ਼ਾਪਕੀਪਰ ਦੀ ਨਿਗਾਹ ਕਸਟਮਰ 'ਤੇ ਰਹਿਣੀ ਹੈ, ਇਹਦੀ ਨਿਗਾਹ ਇੱਥੇ ਰਹਿਣੀ ਹੈ ਕਿ ਕੰਮ ਆਇਆ ਕੋਈ ਤਾਂ ਮੈਂ ਕਰ ਦਵਾਂ, ਨਹੀਂ ਤਾਂ ਵਿਹਲਾ ਬੈਠਾ। ਅਸੀਂ ਕੰਮ ਇੱਥੋਂ ਇਹਨੂੰ ਦੇਵਾਂਗੇ, ਇਹ ਕੰਮ ਤਾਂ ਕਰਨਾ। ਹੁਣ ਹੁੰਦਾ ਹੈ ਕਿ ਅਸੀਂ ਇੱਥੇ ਇਹਨੂੰ ਕਈ ਕੰਮ ਇਕੱਠੇ ਦੇ ਦਿੱਤੇ, ਇੱਕ ਕੰਮ ਇਹ ਦੇਤਾ, ਦੂਜਾ ਨਾਲੇ ਭੇਜਤਾ, ਤੀਜਾ ਵੀ ਨਾਲੇ ਭੇਜਤਾ। ਮਲਟੀਪਲ ਟਾਸਕ ਵੀ ਆਪਾਂ ਦੇ ਸਕਦੇ ਹਾਂ। ਜਦੋਂ ਮਲਟੀਪਲ ਟਾਸਕ ਦਿੰਦੇ ਆ, ਪ੍ਰੋਸੈਸਰ ਕੀ ਕਰਦਾ, ਉਹ ਫਿਰ ਜਿਵੇਂ ਐ ਮੰਨ ਲਓ ਕਿ ਵੀ ਮੈਂ ਤੁਹਾਨੂੰ ਸਰਵਿਸ ਦੇ ਰਿਹਾ, ਇਹਨੇ ਕਹਿੰਦਾ ਮੈਨੂੰ ਬੁੱਕਸ ਦੇ ਦਿਓ, ਜਿਹਨੇ ਕਹਿੰਦਾ ਮੇਰਾ ਰੋਲ ਨੰਬਰ ਦੱਸੋ ਜੀ ਕੀ ਹੈ, ਇਹਨੇ ਕਹਿੰਦਾ ਮੇਰਾ ਪਾਸਵਰਡ ਦੱਸੋ ਜੀ ਕੀ ਹੈ। ਤਾਂ ਫਿਰ ਕੀ ਹੋਊਗਾ, ਇੱਕ ਪਾਸੇ ਮੈਂ ਪਾਸਵਰਡ ਦੱਸਣ ਵਾਸਤੇ ਸੌਫਟਵੇਅਰ ਖੋਲ੍ਹ ਲਿਆ, ਮੈਂ ਕਹਿੰਦਾ ਦੱਸਦਾ ਜੀ 2 ਮਿੰਟ ਰੁਕੋ। ਉਹ ਖੁੱਲ੍ਹਦਾ ਪਿਆ, ਜਾਨੂੰ ਮੈਂ ਇਹਦੀ ਬੁੱਕਸ ਕੱਢਣ ਲੱਗ ਗਿਆ, ਜਾਨੂੰ ਮੈਂ ਮੇਰੇ ਕੋਲ ਵੀ ਕੰਮ ਕਰਨ ਵਾਸਤੇ ਇੱਕ ਅਸਿਸਟੈਂਟ ਹੈ, ਮੈਂ ਕਹਿੰਦਾ ਇਹਦਾ ਤੂੰ ਕੰਮ ਕਰ ਦੇ। ਮਤਲਬ ਕਿ ਜੇ ਅਗਰ ਮਲਟੀਪਲ ਟਾਸਕ ਇੱਕ ਵਿਅਕਤੀ ਨੂੰ ਇੱਕੋ ਸਮੇਂ ਕਈ ਕਰਨੇ ਪੈ ਜਾਣ ਤਾਂ ਉਹਨੂੰ ਫਿਰ ਸ਼ੇਅਰਿੰਗ ਕਰਨੀ ਪਊਗੀ। ਠੀਕ ਹੈ ਜੀ, ਮੈਂ ਕੱਢ ਰਿਹਾ, ਜਾਨੂੰ ਦੂਜਾ ਕੰਮ ਕਰ ਦਿਓ, ਜਾਨੂੰ ਦੂਜਾ ਕੰਮ ਕਰ ਦਿਓ। ਇਹਦੇ CPU ਵੀ ਮਲਟੀਪਲ ਟਾਸਕਸ ਨੂੰ ਵੀ ਇੱਥੋਂ ਪ੍ਰੋਸੈਸਿੰਗ ਕਰਦਾ ਹੈ। ਜਿਹੜੀ ਪ੍ਰੋਸੈਸਰ ਨੂੰ ਪ੍ਰੋਸੈਸ ਕਰਨ ਦੀ ਸਪੀਡ ਹੈ, ਉਹ ਆਹ ਰੈਮ ਦੇ ਉੱਤੇ ਡਿਪੈਂਡ ਕਰਦੀ ਹੈ। ਜੇ ਰੈਮ ਦੀ ਸਪੀਡ ਕੀ ਨਾ, ਪ੍ਰੋਸੈਸਰ ਨੇ ਰੈਮ ਤੋਂ ਇਨਸਟਰਕਸ਼ਨ ਪੜ੍ਹਨੀ ਹੈ, ਪੜ੍ਹ ਕੇ ਹੱਲ ਕਰਨੀ ਹੈ, ਫਿਰ ਅਗਲੀ ਪੜ੍ਹਨੀ ਹੈ, ਹੱਲ ਕਰਨੀ ਹੈ। ਇੱਥੋਂ ਵੀ ਆਹ ਟਰੈਵਲ ਕਰਦਾ ਹੈ, ਉਹ ਮਤਲਬ ਡਾਟਾ ਇੱਥੋਂ ਪੜ੍ਹ ਕੇ ਇੱਧਰ ਆਊਗਾ, ਪ੍ਰੋਸੈਸਰ ਹੱਲ ਕਰੂਗਾ, ਫਿਰ ਅਗਲੀ ਚੱਕੂਗਾ, ਅਗਲੀ ਪੜੂਗਾ, ਅਗਲੇ ਲਾਈਕ ਇੱਦਾਂ ਕਿ ਯਾਨੀ ਇੱਥੇ ਵੀ ਰੀਡ ਰਾਈਟ ਕਰਨ ਨੂੰ ਟਾਈਮ ਲੱਗ ਰਿਹਾ, ਬਟ ਇਹ ਰੀਡ ਰਾਈਟ ਕਰਨ ਦੀ ਸਪੀਡ ਕੰਪੈਰੇਟਿਵਲੀ ਜ਼ਿਆਦਾ ਹੈ। ਇਹਦੇ ਉੱਤੇ ਇੱਕ ਹੋਰ ਮੈਮਰੀ ਹੈ, ਇਹਨੂੰ ਆਪਾਂ ਕਹਿੰਦੇ ਹਾਂ ਕੈਸ਼ ਮੈਮਰੀ। ਇਹ ਇਹਦੇ ਨਾਲ ਐ ਮੰਨ ਲਓ ਅਟੈਚਡ ਹੈ। ਜਿਹੜੀ ਕੈਸ਼ ਮੈਮਰੀ ਹੈ, ਇਹ ਰੈਮ ਨਾਲੋਂ ਹੋਰ ਵੀ ਜ਼ਿਆਦਾ ਸਪੀਡ ਦੀ ਹੈ, ਜਾਣੀ ਇਹਨੂੰ ਰੀਡ ਰਾਈਟ ਕਰਨ ਦੀ ਸਪੀਡ ਕਾਫੀ ਹੈ, ਪਰ ਉਸ ਤੋਂ ਵੀ ਜ਼ਿਆਦਾ ਸਪੀਡ ਇਹਦੀ ਹੈ, ਪਰ ਇਹ ਮਹਿੰਗੀ ਹੈ। ਸਾਰੀ ਆਪਾਂ ਕੈਸ਼ ਨਹੀਂ ਬਣਾਉਂਦੇ ਹੈਗੇ, ਆਪਾਂ ਨਾਰਮਲੀ ਰੈਮ ਯੂਜ਼ ਕੀਤੀ, ਥੋੜ੍ਹੀ ਜਿਹੀ ਆਪਣੇ ਕੰਪਿਊਟਰ ਦੇ ਵਿੱਚ ਕੈਸ਼ ਮੈਮਰੀ ਲੱਗੀ ਹੋਈ ਹੈ। ਹੁਣ ਕੀ ਹੈ, ਜਦੋਂ ਅਸੀਂ ਕੋਈ ਕੰਮ ਕਹਿੰਦੇ ਅਸੀਂ ਰੈਮ 'ਚ ਭੇਜਿਆ, ਰੈਮ ਤੋਂ ਪ੍ਰੋਸੈਸਰ ਨੇ ਉਹਨੂੰ ਮਤਲਬ ਅੰਦਰੋਂ ਆਪਰੇਟਿੰਗ ਸਿਸਟਮ ਆਪੇ ਮੈਨੇਜ ਕਰਦਾ, ਆਹ ਕੰਮ ਇਹਨੂੰ ਭੇਜਣਾ ਜਲਦੀ, ਉਹ ਇੱਥੇ ਕੈਸ਼ ਰੱਖ ਦਿੰਦਾ। ਲਾਈਕ ਇੱਦਾਂ ਜਿਵੇਂ ਮੰਨ ਲਓ ਦੁਕਾਨਦਾਰ ਹੈ, ਸਮਾਨ ਵੇਚ ਰਿਹਾ, ਉਹਨੇ ਸਮਾਨ ਪਰੇ ਰੱਖੇ ਹੋਏ ਨੇ। ਜਿਹੜਾ ਸਮਾਨ ਉਹਨੂੰ ਪਤਾ ਵੀ ਆਹ ਸਮਾਨ ਦੀ ਡਿਮਾਂਡ ਬਹੁਤ ਹੈ, ਇਹ ਸਮਾਨ ਦੇ ਗਾਹਕ ਜ਼ਿਆਦਾ ਆਈ ਜਾਂਦੇ ਨੇ, ਉਹਨੇ ਉਹ ਸਮਾਨ ਆਪਣੇ ਨੇੜੇ ਰੱਖਣਾ ਹੈ। ਜਿਹੜਾ ਸਮਾਨ ਕਦੇ ਕਦੇ ਵਿਕਦਾ ਉਹਨੇ ਉੱਚਾ ਰੱਖਣਾ ਹੋਊਗਾ, ਕਿਤੇ ਨਾ ਕਿਤੇ ਹਾਈਟ 'ਤੇ ਪਿਆ ਹੋਊਗਾ।
ਕਿਤੇ ਦੂਰ ਪਿਆ ਹੋਊਗਾ, ਉਹਨੂੰ ਪਤਾ ਵੀ ਇਹ ਸਮਾਨ ਦੀ ਤਾਂ ਜ਼ਰੂਰਤ ਮੈਨੂੰ ਕਦੇ ਕਦੇ ਪੈਣੀ ਆ, ਤੇ ਇਹਨੂੰ ਮੈਂ ਨੇੜੇ ਰੱਖੂੰਗਾ ਤਾਂ ਇਹ ਟਾਈਮ ਇੱਥੇ ਇਸ ਜਗ੍ਹਾ ਕਾ ਵੱਧ ਕੇ ਰਹੂਗਾ, ਇਹਨੂੰ ਪਰੇ ਰੱਖ ਦਿਓ। ਇੱਦਾਂ ਹੀ ਕੰਪਿਊਟਰ 'ਚ ਵੀ ਜਦੋਂ ਕੋਈ ਇੰਸਟਰਕਸ਼ਨ ਹੱਲ ਕਰਨ ਵਾਸਤੇ ਕੰਪਿਊਟਰ ਨੂੰ ਕੰਮ ਦਿੰਦੇ ਆ, ਉਹ ਮੈਨੇਜਮੈਂਟ ਇੱਦਾਂ ਕਰਦਾ ਆ ਕਿ ਜਿਹੜਾ ਕੰਮ ਉਹਨੇ ਇਹਨੂੰ ਭੇਜਣਾ ਆ, ਜਿਹੜਾ ਕੰਮ ਉਹਨੇ ਪ੍ਰੋਸੈਸ ਕਰਾਉਣਾ, ਉਹਨੇ ਇਹਨੂੰ ਇੱਥੋਂ ਇੱਥੇ RAM 'ਚ ਇੱਥੇ ਕੈਸ਼ ਭੇਜਣਾ, ਕੈਸ਼ ਤੋਂ ਫਾਸਟ ਹੋ ਜਾਂਦਾ ਹੈ, ਯਾਨੀ ਇੱਥੋਂ ਡਾਟਾ ਰੀਡ ਰਾਈਟ ਹੋਰ ਵੀ ਫਾਸਟ ਹੋ ਜਾਂਦਾ। ਜੇ ਕੈਸ਼ ਨਾ ਹੋਵੇ ਤਾਂ ਕੰਪਿਊਟਰ ਦੀ ਸਪੀਡ ਥੋੜੀ ਘੱਟ ਜਾਊਗੀ, ਜੇ ਕੈਸ਼ ਹੋਣਗੇ ਤਾਂ ਕੰਪਿਊਟਰ ਦੀ ਸਪੀਡ ਵੱਧ ਜਾਊਗੀ। ਕੈਸ਼ ਮੈਮਰੀ ਰੈਮ ਮੈਮਰੀ ਵਰਗੀ ਹੀ ਮੈਮਰੀ ਹੈ, ਰੈਮ ਨਾਲੋਂ ਡਿਫਰੈਂਸ ਇਹ ਹੈ ਕਿ ਇਟ ਇਜ਼ ਫਾਸਟਰ ਦੈਨ ਰੈਮ। ਅਸੀਂ ਕੰਪਿਊਟਰ ਨੂੰ ਯੂਜ਼ ਉਵੇਂ ਕਰਾਂਗੇ ਜੇ ਕੰਪਿਊਟਰ 'ਚ ਕੈਸ਼ ਹੈਗੀ, ਆਪਰੇਟਿੰਗ ਸਿਸਟਮ ਇਹਨੂੰ ਮੈਨੇਜ ਕਰਦਾ ਹੈ। ਆਪਰੇਟਿੰਗ ਸਿਸਟਮ ਦਾ ਮਤਲਬ ਵਿੰਡੋਜ਼, ਉਹਨੂੰ ਪਤਾ ਹੈ ਕਿ ਇਹਦੇ 'ਚ ਕੈਸ਼ ਵੀ ਹੈਗੀ ਹੈ, ਵਿੰਡੋਜ਼ ਹੀ ਸਾਡੀਆਂ ਇੰਸਟਰਕਸ਼ਨਾਂ ਨੂੰ ਕੰਪਿਊਟਰ ਤੋਂ ਹੱਲ ਕਰਵਾਉਂਦੀ ਹੈ। ਅਸੀਂ ਕੰਪਿਊਟਰ ਨੂੰ ਡਾਇਰੈਕਟਲੀ ਆਪ ਤਾਂ ਯੂਜ਼ ਨਹੀਂ ਕਰਦੇ, ਅਸੀਂ ਕੰਪਿਊਟਰ ਨੂੰ ਯੂਜ਼ ਕਰਦਾ ਤਾਂ ਕਿਵੇਂ ਕਹਿੰਦੇ ਆ, ਅਸੀਂ ਆਪਰੇਟਿੰਗ ਸਿਸਟਮ ਨੂੰ ਕਹਿੰਦੇ ਆ ਆਹ ਪ੍ਰੋਗਰਾਮ ਚਲਾ ਦੇ, ਆਪਰੇਟਿੰਗ ਸਿਸਟਮ ਕਹਿੰਦੇ ਆ ਆਹ ਵੀ ਚਲਾ ਦੇ, ਉਹ ਹਾਲੇ ਬੰਦ ਨਹੀਂ ਹੋਣ ਵਾਲੇ ਆਹ ਵੀ ਚਲਾ ਦੇ, ਆਪਰੇਟਿੰਗ ਸਿਸਟਮ ਮੈਨੇਜ ਕਰਦਾ ਹੈ। ਤੋ ਕੈਸ਼ ਸਾਡੇ ਕੰਪਿਊਟਰ ਦੀ ਪ੍ਰੋਸੈਸਿੰਗ ਸਪੀਡ ਨੂੰ ਇੰਪਰੂਵ ਕਰਦੀ ਹੈ। ਰਜਿਸਟਰ ਕੀ ਹੁੰਦਾ ਜੀ? ਪ੍ਰੋਸੈਸਰ ਦੇ ਵਿੱਚ, ਪ੍ਰੋਸੈਸਰ ਦਾ ਮਤਲਬ ਹੈ ALU। ALU ਦੇ ਵਿੱਚ ਵੀ ਥੋੜ੍ਹੀ ਜਿਹੀ ਮੈਮਰੀ ਹੈ। ਜਦੋਂ ਉਹਨੂੰ ਆਪਾਂ ਕਹਿੰਦੇ ਆ ਰਕਮਾਂ ਹੱਲ ਕਰਦੇ, ਮੰਨ ਲਓ 15 ਦੇ 20 ਹੱਲ ਕਰਦੇ, 15 ਦੇ 20 ਇੱਥੇ ਜਾਊਗਾ, ਇੱਥੇ ਹੱਲ ਕਰਕੇ ਵਾਪਸ ਆ ਜਾਊਗਾ, ਇੱਥੋਂ ਇੱਧਰ ਜਾਊਗਾ। ਤਾਂ ਇਹਦੇ ਵਿੱਚ ਜਿਹੜੀ ਆਪਣੀ ਮੈਮਰੀ ਹੈ, ALU ਦੀ ਆਪਣੀ ਮੈਮਰੀ ਨੂੰ ਰਜਿਸਟਰ ਕਹਿੰਦੇ ਆ। ਪ੍ਰੋਸੈਸਰ ਦੀ ਆਪਣੀ ਮੈਮਰੀ ਹੈ, ਇਹ ਰਜਿਸਟਰ ਹੈ, ਇਹ ਹੋਰ ਵੀ ਫਾਸਟ ਹੋਊਗੀ। ਇਹ ਉਹਦੇ ਆਪਣੇ ਅੰਦਰ ਹੀ ਪਈ ਹੈ, ਡਾਟਾ ਪੜ੍ਹਨ ਵਾਸਤੇ ਨੂੰ ਕਿਤੇ ਜਾਣ ਨਹੀਂ ਪਊਗਾ, ਉੱਥੋਂ ਪੜ੍ਹ ਲਊਗਾ। तो रजिस्टर भी एक मेमोरी है, कैश भी मेमोरी है, प्राइमरी मेमोरी रैम तो है ही है। नेक्स्ट इनू भी मैं इरेज कर दूँ ना, यूनिट्स, मेजरिंग यूनिट्स ऑफ कंप्यूटर्स मेमोरी। ਆਪਾਂ ਸਾਰੇ ਆਮ ਹੀ ਐ ਪੜ੍ਹਦੇ ਹਾਂ ਕਿ ਇਹਦੀ ਕਿੰਨੇ GB ਦੀ ਇਹ ਪੈਨ ਡਰਾਈਵ ਹੈ, ਕਿੰਨੇ GB ਦੀ ਇਹ ਫਾਈਲ ਹੈ, ਜਾਂ ਕਿੰਨੇ MB ਦੀ ਫਾਈਲ ਹੈ, ਜਾਂ ਕਿੰਨੇ KB ਦੀ ਫਾਈਲ ਹੈ। ਉਹ MB ਕੀ ਹੈ, MB, KB ਕੀ ਹੈ, GB ਕੀ ਹੈ, TB ਕੀ ਹੈ। ਇਹਨੂੰ ਆਪਾਂ ਕਹਿੰਦੇ ਆ ਮੈਜ਼ਰਿੰਗ ਯੂਨਿਟਸ ਆਫ ਮੈਮਰੀ। ਮੈਮਰੀ ਨੂੰ ਮੈਜ਼ਰ ਕਰਨ ਵਾਸਤੇ ਯੂਨਿਟ। ਸਭ ਤੋਂ ਸਮਾਲੈਸਟ ਯੂਨਿਟ ਹੈ ਬਿਟ, BIT, ਬਿਟ। ਬਿਟ ਦੀ ਆਪਾਂ ਵੈਸੇ ਤਾਂ ਬਿਟ ਦਾ ਮੀਨਿੰਗ ਹੀ ਹੁੰਦਾ, ਬਿਟ ਮੈਨੇ ਬਹੁਤ ਥੋੜੀ ਚੀਜ਼ ਨੂੰ ਬਿਟ ਕਹਿੰਦੇ ਨੇ, ਤੇ ਇੱਥੇ ਇਹਦਾ ਮਤਲਬ ਬਿਟ ਐ ਬਣਾਇਆ BINARY, ਡਿਜਿਟ। ਤੁਸੀਂ ਇਹ ਲਓ BIT, ਬਾਈਨਰੀ ਡਿਜਿਟ ਨੂੰ ਸ਼ਾਰਟ ਕਰ ਲਿਆ ਬਿਟ। ਚਾਹੇ ਇੱਥੋਂ ਬਣਿਆ ਤੇ ਜਾਂ ਬਿਟ ਦਾ ਮਤਲਬ ਛੋਟਾ ਹੁੰਦਾ ਤਾਂ ਨੂੰ ਬਿਟ ਕਹਿੰਦੇ ਆ। ਇੱਕ ਬਿਟ ਕਿਹੜੀ ਹੁੰਦੀ ਆ, ਜਾਂ ਇੱਕ 0 ਜਾਂ ਇੱਕ 1, 1 0 ਔਰ 1 1। ਮਤਲਬ ਇੱਕ ਸਿੰਗਲ ਕੰਪਿਊਟਰ ਦੀ ਜਿਹੜੀ ਡਿਜਿਟ ਹੈ ਉਹਨੂੰ ਆਪਾਂ ਇੱਕ ਬਿਟ ਕਹਿੰਦੇ ਆ। 1 डिजिट 0 और 1 in computer's memory is called a bit। ਹੁਣ ਇੱਕ ਬਿਟ ਵਿੱਚ ਸਟੋਰ ਕੀ ਹੋ ਸਕਦਾ, ਕੱਲਾ ਇੱਕ ਅੱਖਰ, ਉਹ ਵੀ ਦੋ ਨਹੀਂ ਸਟੋਰ ਹੋ ਸਕਦਾ, 0 ਜਾਂ 1। ਜੇ 2 ਸਟੋਰ ਕਰਨਾ ਹੋਵੇ ਜਾਂ 3 ਸਟੋਰ ਕਰਨਾ ਹੋਵੇ ਤਾਂ ਵੀ ਵਿਲ ਹੈਵ ਟੂ ਯੂਜ਼ ਮੋਰ ਦੈਨ 1 ਬਿਟ, ਉਹ ਨੰਬਰ ਵੱਡਾ ਹੋ ਜਾਊਗਾ। ਜਨਰਲੀ 8 ਬਿਟਸ ਨੂੰ ਆਪਾਂ ਇੱਕ ਸ਼ਬਦ ਕਹਿ ਦਿੰਦੇ ਆ। ਜਿਵੇਂ ਇੰਗਲਿਸ਼ ਕਹੀਏ A ਅਲਫਾਬੈਟ ਹੈ, ਇੱਕ ਡਿਜਿਟ ਹੋ ਗਈ, ਜਾਂ 0 1 ਇੱਕ ਡਿਜਿਟ ਹੋ ਗਈ, ਜਾਂ 2 ਇੱਕ ਡਿਜਿਟ ਹੋ ਗਈ, ਅਪ ਟੂ 9 ਤੱਕ ਇਹਨੂੰ ਆਪਾਂ ਡਿਜਿਟਸ ਕਹਿ ਦਿੰਦੇ ਆ। ਡਿਜਿਟ ਤੋਂ ਬਾਅਦ ਕੋਈ ਵੈਲਿਊ ਲਿਖੀ ਹੋਊਗੀ, ਮੰਨ ਲਓ 672, ਦਿਸ ਇਜ਼ ਏ ਨੰਬਰ। ਆਪਾਂ ਇਹਨੂੰ ਕਹਿ ਦਈਏ ਵੀ ਇਹ ਡਿਜਿਟ ਹੈ, ਤੇ ਇਹਨੂੰ ਆਪਾਂ ਕਹਿ ਦਈਏ ਇਹ ਵਰਡ ਹੈ, ਸ਼ਬਦ ਹੈ, ਜਾਂ ਇਹਨੂੰ ਆਪਾਂ ਨੰਬਰ ਕਹਿ ਦਈਏ। ਹੁਣ ਕੰਪਿਊਟਰ ਦੀ ਗੱਲ ਮੈਂ ਕਰਨ ਲੱਗਿਆ, ਇਹਦੇ ਵਿੱਚ 8 ਬਿਟਸ
1 2 3 4 5 6 7 ਤੇ 8 ਇਹ 8 ਬਿਟਸ ਨੂੰ 8 ਬਿਟਸ together is called 1 byte। ਯਾਨੀ ਮੈਮਰੀ ਵਿੱਚ ਇਦਾਂ ਦੀਆਂ ਬਿਟਸ ਲੱਗੀਆਂ ਹੋਈਆਂ ਨੇ ਜਿਹਨੂੰ ਮੈਂ ਸਵਿਚ ਕਿਹਾ ਸੀਗਾ। ਇੱਕ ਸਵਿਚ ਦੇ ਵਿੱਚ ਜਾਂ 0 ਜਾਂ 1 ਸਟੋਰ ਹੋ ਸਕਦਾ ਹੈ। ਇੱਕ ਸਵਿਚ ਇਜ਼ ਕਾਲਡ 1 ਬਿਟ। ਇਦਾਂ ਦੀਆਂ 8 ਬਿਟਸ ਦੇ ਇੱਕ ਪੂਰੇ ਗਰੁੱਪ ਨੂੰ ਆਪਾਂ ਕਹਿ ਦਿੰਦੇ ਹਾਂ 1 ਬਾਈਟ। ਤੋ ਕੰਪਿਊਟਰ ਦੇ ਵਿੱਚ ਸਭ ਤੋਂ ਸਮਾਲੈਸਟ ਯੂਨਿਟ ਵੈਸੇ ਤਾਂ ਬਿਟ ਹੈ, ਬਟ ਜਦੋਂ ਉਹ ਸਟੋਰ ਕਰੂਗਾ ਤਾਂ ਪੂਰੀ ਬਾਈਟ ਨੂੰ ਰੱਖੂਗਾ। ਯਾਨੀ ਮੰਨ ਲਓ ਮੈਂ ਸਟੋਰ ਕਰਵਾਇਆ 7 ਦੀ ਵੈਲਿਊ ਹੈ 111, ਇਹ 3 ਅੰਕਾਂ ਦਾ ਨੰਬਰ ਹੈ, ਤਾਂ ਉਹਨੇ ਇਹਦੇ ਮੂਹਰੇ 5 ਜ਼ੀਰੋਆਂ ਬਣਾ ਲੈਣੀਆਂ ਨੇ। 5 ਜ਼ੀਰੋ ਬਣ ਗਿਆ। ਇਹ ਜਿਹੜਾ 7 ਹੈ ਇਹ 3 ਅੰਕ ਨਹੀਂ, ਇਹ 8 ਅੰਕਾਂ ਦੀ ਥਾਂ ਘੇਰੂਗਾ, 8 ਬਿਟਸ ਦੀ ਥਾਂ ਘੇਰੂਗਾ, ਬਾਕੀ ਮੂਹਰੇ ਜ਼ੀਰੋ ਲੱਗ ਜਾਣਗੇ। ਯਾਨੀ ਕਿ ਜੇ ਕੋਈ ਸਮਾਲੈਸਟ ਨੰਬਰ ਹੈ, ਚਾਹੇ ਇੱਕ ਵੀ ਆਪਾਂ ਸਟੋਰ ਕੀਤਾ, ਇੱਕ ਦਾ ਜਿਹੜਾ ਬਾਈਨਰੀ ਆ ਉਹ ਆ ਜਾਊਗਾ ਇਸ ਤਰ੍ਹਾਂ। ਯਾਨੀ ਇਹਨੂੰ ਆਪਾਂ 8 ਅੰਕਾਂ ਦੇ ਵਿੱਚ, ਕੰਪਿਊਟਰ ਇੱਕ ਬਿਟ ਨਹੀਂ ਮਲਕਦਾ, ਉਹ ਇਕੱਠੀਆਂ ਹੀ 8 ਬਿਟਸ ਮਲਕੂਗਾ। ਜੇ ਨੰਬਰ ਇਸ ਤੋਂ ਵੱਡਾ ਹੋਵੇ ਤਾਂ 9 ਨਹੀਂ ਮਲਕੂਗਾ, ਸਿੱਧੀਆਂ 16 ਤੇ ਜਾਓ, ਜਾਂ 8 ਬਿਟਸ ਮਲਕੂਗਾ। ਜੇ ਨੰਬਰ ਛੋਟਾ ਹੈ 8 ਬਿਟਸ ਆ ਸਕਦਾ ਆ। ਜੇ 8 'ਚ ਨਹੀਂ ਆ ਸਕਦਾ, ਉਹਨੂੰ 8 ਤੋਂ ਜ਼ਿਆਦਾ 9 ਜਾਂ 10 ਬਿਟਸ ਚਾਹੀਦੀਆਂ ਨੇ, ਤਾਂ ਉਹ 9-10 ਨਹੀਂ ਮਲਕੂਗਾ, ਇੱਕ ਦੀ ਜਗ੍ਹਾ 'ਤੇ ਫਿਰ ਉਹ 2 ਬਾਈਟਸ ਮਲਕੂਗਾ। ਫਿਰ ਜੇ 2 ਬਾਈਟਸ ਮਲਕੂਗਾ ਮਤਲਬ 16 ਬਿਟਸ ਹੋਣਗੀਆਂ। ਨੰਬਰ ਮੰਨ ਲਓ ਹੈਗਾ ਉਹਦਾ 10 ਅੰਕਾਂ ਦਾ, ਤਾਂ ਮੂਹਰੇ ਉਹਦੇ 6 ਜ਼ੀਰੋਆਂ ਲੱਗ ਜਾਣਗੀਆਂ। ਇੱਦਾਂ ਹੀ ਜੇ ਉਹ 16 ਅੰਕਾਂ ਤੋਂ ਵੀ ਵੱਡਾ ਆ ਤਾਂ ਉਹ ਫਿਰ ਕੀ ਕਰੂਗਾ, 17 ਨਹੀਂ ਮਲਕੂਗਾ। ਯਾਨੀ ਯੂਨਿਟ ਉਹਦੀ ਆਏ ਆ, ਜਾਂ ਤਾਂ 1 ਬਾਈਟ ਮਲਕੂਗਾ, ਜਾਂ 2 ਬਾਈਟਸ, ਜਾਂ ਫਿਰ 4 ਬਾਈਟਸ ਮਲਕੂਗਾ। 3 ਬਾਈਟਸ ਨਹੀਂ ਮਲਕੂਗਾ। 4 ਕਿਉਂ, 1 ਕਿਉਂ, 2 ਕਿਉਂ? 1 2 4 8 ਇਹ ਜਿਹੜੇ ਨਾ 1 2 4 8 ਇਹ ਕੰਪਿਊਟਰ ਦੇ ਰਾਉਂਡ ਫਿਗਰਾਂ ਦੇ ਨੰਬਰ ਨੇ। ਜਿਵੇਂ ਆਪਾਂ ਆਮ ਤੌਰ 'ਤੇ ਕੋਈ ਬਹੁਤੀ ਵਾਰੀ ਕਾਊਂਟਿੰਗ ਹੀ ਕਰਦੇ ਆ, ਆਪਾਂ ਕਹਿੰਦੇ ਆ ਇੱਕ ਕਲਾਸਰੂਮ ਤਿਆਰ ਕਰਾਉਣਾ ਆ, 100 ਸੀਟਾਂ ਦਾ ਤਿਆਰ ਕਰਾ ਲਓ। 99 ਦਾ ਨਹੀਂ ਕਰਾਉਂਦੇ, 100 ਸਾਡੇ ਵਾਸਤੇ ਰਾਉਂਡ ਫਿਗਰ ਹੈ। ਨਹੀਂ ਕਿ ਜੇ 100 ਦੇ ਨੇੜੇ ਹੋਵੇ ਤਾਂ ਆਪਾਂ 100 ਨੂੰ ਮੰਨ ਲੈਂਦੇ ਹਾਂ। ਸਾਡੇ ਵਾਸਤੇ ਜਿਹਦੇ ਪਿੱਛੇ ਜ਼ੀਰੋ ਆ ਜਾਏ ਉਹਨੂੰ ਰਾਉਂਡ ਫਿਗਰ ਕਹਿੰਦੇ ਆ। 50 ਦੇ ਪਿੱਛੇ 5 ਜ਼ੀਰੋ ਹੈ ਤਾਂ 50 ਕੀ ਹੈ, ਰਾਉਂਡ ਫਿਗਰ ਹੈ। 100 ਕੀ ਹੈ, ਰਾਉਂਡ ਫਿਗਰ ਹੈ। 56 ਰਾਉਂਡ ਫਿਗਰ ਨਹੀਂ ਨਾ ਹੈਗੀ। ਤੋ ਜਿਹੜੀ ਜੇ ਕਿਸੇ ਨੰਬਰ ਦੇ ਵਿੱਚ ਐਂਡ 'ਤੇ ਜ਼ੀਰੋਆਂ ਆ ਜਾਣ, ਜਾਂ 1 ਜ਼ੀਰੋ ਹੋਵੇ, ਜਾਂ 2 ਜ਼ੀਰੋ ਹੋਣ, ਜਾਂ 3 ਜ਼ੀਰੋ ਹੋਣ, ਤਾਂ ਆਪਾਂ ਉਸ ਤਰ੍ਹਾਂ ਦੇ ਨੰਬਰ ਨੂੰ ਰਾਉਂਡ ਨੰਬਰ ਕਹਿੰਦੇ ਆ, ਵੀ ਇਹ ਜਿਹੜਾ ਰਾਉਂਡ ਫਿਗਰ ਵਾਲਾ ਨੰਬਰ ਹੈ। ਸਾਡੇ ਰਾਉਂਡ ਫਿਗਰ 1 10 100 1000 ਇੱਦਾਂ ਦੇ ਹੁੰਦੇ ਨੇ। ਕੰਪਿਊਟਰ ਦੇ ਜਿਹੜੇ ਬਾਈਨਰੀ ਨੰਬਰ ਸਿਸਟਮ ਦੇ ਰਾਉਂਡ ਫਿਗਰ ਨੇ ਉਹ 1 ਤਾਂ ਹੈਗੀ ਹੋਈ ਹੈ, ਫਿਰ ਉਸ ਤੋਂ ਬਾਅਦ 2 ਹੈ, ਫਿਰ 4 ਹੈ, ਫਿਰ 8 ਹੈ। 8 ਤੋਂ ਬਾਅਦ 16 ਹੋਊਗੀ, ਮਤਲਬ ਮਲਟੀਪਲਾਈ ਕਰੀ ਜਾਣਾ ਆ। 16 ਤੋਂ ਬਾਅਦ 32 ਹੋਊਗੀ, ਫਿਰ 32 ਤੋਂ 64 ਹੋਊਗੀ। ਤੋ 8 ਤੋਂ ਬਾਅਦ 16 ਜਿਹੜਾ ਆ ਉਹ ਹੋਊਗਾ 1 ਜ਼ੀਰੋ ਹੋਰ ਵਧਾ ਲਓ। ਯਾਨੀ ਜਦੋਂ ਪਿੱਛੇ ਮੈਂ ਕੱਲ੍ਹ ਇਹ ਗੱਲ ਕਰਾਈ ਸੀਗੀ, ਜੇ ਪਿੱਛੇ ਜ਼ੀਰੋ ਐਡ ਕਰ ਦਿੰਦੇ ਆ ਤਾਂ ਨੰਬਰ ਡਬਲ ਹੋ ਜਾਂਦਾ। ਇਸੇ ਕਰਕੇ ਕੰਪਿਊਟਰ ਜਦੋਂ ਯੂਜ਼ ਕਰਦਾ ਹੈ, ਜਾਂ 1 ਬਾਈਟ ਯੂਜ਼ ਕਰੂਗਾ, ਜਾਂ ਇਕੱਠੀਆਂ 2, ਜਾਂ ਇਕੱਠੀਆਂ 4, ਜਾਂ ਇਕੱਠੀਆਂ 8, ਜਾਂ ਇਕੱਠੀਆਂ 16। 17 ਬਾਈਟਸ ਦੀ ਮੈਮਰੀ ਵਿੱਚ, ਰੈਮ ਮੈਮਰੀ 'ਚ ਵਰਤੋਂ ਨਹੀਂ ਕਰਦਾ। 16 ਤੋਂ ਬਾਅਦ ਸਿੱਧੀ ਮਤਲਬ ਮਲਟੀਪਲਸ ਆਫ 8 ਹੋਣਗੀਆਂ, ਆਪਣੇ ਰਾਉਂਡ ਫਿਗਰ 'ਤੇ ਲੱਗੇ ਜਾਂਦਾ। तो आई होप ਤੁਹਾਨੂੰ ਪਤਾ ਲੱਗਿਆ ਬਾਈਟ ਦਾ ਮਤਲਬ ਕੀ ਹੈ। ਇਹ ਬਾਈਟ ਹੋ ਗਈ ਨਾ। ਫਿਰ 1024 ਜਿਵੇਂ ਨਾ ਇੱਥੋਂ ਚੱਲੀਏ 16